श्री वाहेगुरु साहिब जी। मिल्यो जाए आके देख दो रागे मन। ਜਿਹੜਾ ਪ੍ਰਿਥੀ ਚੰਦ ਬਾਬਾ ਪ੍ਰਿਥੀ ਚੰਦ ਹਨ, ਉਹ ਰਾਮਦਾਸਪੁਰ ਅੰਮ੍ਰਿਤਸਰ ਤੋਂ ਬਾਹਰ ਹੀ ਚਲਾ ਗਿਆ ਤੇ ਬਾਹਰ ਜਾ ਕੇ ਜੋ ਸੁਲਹੀ ਖਾਨ ਚੜ੍ਹ ਕੇ ਆਇਆ ਹੈ ਉਹਨੂੰ ਮਿਲਣਾ ਕਰਦਾ ਹੈ। ਗਰੇ ਸੰਗ ਲਾਗੇ ਉਨ ਬੈਠ ਮੁਸਕਾਏ ਕਰ। ਜਾ ਕੇ ਉਹਨਾਂ ਦੇ ਗਲੇ ਲੱਗੇ ਨੇ ਤੇ ਫਿਰ ਬੜਾ ਮੁਸਕਰਾ ਕੇ ਹੱਸ ਕੇ ਉਹਨਾਂ ਦੇ ਕੋਲ ਬੈਠ ਗਏ ਹਨ। ਜਾਪਤ ਕੇ ਹੇਤ ਧਨ ਦੀਨੋ ਹਿਤ ਕੀਨੋ ਬਹੋ। ਕਹਿੰਦੇ ਫਿਰ ਰੋਟੀ ਪਾਣੀ ਦੇ ਖਰਚੇ ਵਾਸਤੇ ਜਿਹੜੀ ਵੀ ਸੈਨਾ ਨਾਲ ਹੈ, ਬਾਬੇ ਪ੍ਰਿਥੀ ਚੰਦ ਨੇ ਬਹੁਤ ਜ਼ਿਆਦਾ ਜਿਹੜਾ ਪੈਸਾ ਹੈ ਉਹਨੂੰ ਦੇਣਾ ਕੀਤਾ ਹੈ। ਆਏ ਹੋ ਕਰਮ ਧਰ ਮੀਤ ਸੁਖਦਾਏ ਕਰ। ਕਹਿੰਦੇ ਹਨ, ਹੇ ਸੁਲਹੀ ਖਾਨ, ਤੂੰ ਮੇਰੇ ਤੇ ਬੜੀ ਬਖਸ਼ਿਸ਼ ਕੀਤੀ ਹੈ। ਮੈਨੂੰ ਆਪਣਾ ਮਿੱਤਰ ਜਾਣ ਕੇ ਮੇਰੀ ਮਦਦ ਕਰਨ ਵਾਸਤੇ ਤੁਸੀਂ ਇੱਥੇ ਆਏ ਹੋ। ਸੁਲਹੀ ਭਨਤ ਮੈਂ ਨਾ ਦੇਵੋ ਧਨ। ਕਹਿੰਦੇ ਹਨ, ਸੁਲਹੀ ਖਾਨ ਕਹਿਣ ਲੱਗਾ, ਮੈਂ ਤੁਹਾਡੇ ਕੋਲ ਧਨ ਨਹੀਂ ਲੈਣਾ ਹੈ। ਅਨ ਮਨ ਦੋਨੋਂ ਬਨੈ ਗੁਰੂ ਤੁਮ ਮਾਨੈ ਜਗ ਭਾਏ ਕਰ। ਇਸੇ ਕਰਕੇ ਮੈਂ ਤੁਹਾਡੇ ਤੋਂ ਧਨ ਨਹੀਂ ਲਵਾਂਗਾ। ਕਿਉਂ ਨਹੀਂ ਲਵਾਂਗਾ? ਕਿਉਂਕਿ ਲੋਕੀ ਤੇ ਤੁਹਾਨੂੰ ਗੁਰੂ ਮੰਨਦੇ ਨੇ ਤੇ ਮੇਰਾ ਤੁਹਾਡੇ ਕੋਲ ਧਨ ਲੈਣਾ ਠੀਕ ਨਹੀਂ ਹੈ। ਪਾਂਚਤ ਕੋ ਪਾਏ ਕਰ ਸੀਸ ਕੋ ਨਵਾਏ ਕਰ। ਕਹਿੰਦੇ ਜੋ ਵੀ ਤੁਹਾਡੇ ਕੋਲ, ਬਾਬੇ ਪ੍ਰਿਥੀ ਚੰਦ ਨੂੰ ਕਹਿੰਦਾ ਹੈ, ਜੋ ਵੀ ਤੁਹਾਡੇ ਕੋਲ ਕੋਈ ਮੰਗਣ ਆਉਂਦਾ ਹੈ ਤੁਸੀਂ ਉਹਨੂੰ ਮੂੰਹ ਮੰਗੀਆਂ ਮੁਰਾਦਾਂ ਦਿੰਦੇ ਹੋ। ਭੇਟਣ ਚੜਾਏ ਕਰ ਬਨੇ ਸਿੱਖ ਆਏ ਕਰ। ਲੋਕੀ ਤੇ ਤੁਹਾਨੂੰ ਆਖੇ ਭੇਟਾਵਾਂ ਚੜਾਉਂਦੇ ਹਨ, ਮੈਂ ਤੁਹਾਡੇ ਕੋਲ ਧਨ ਨਹੀਂ ਲੈਣਾ ਹੈ। ਪ੍ਰਿਥਿਆ ਸੁਲਹੀ ਸੋ ਭਨੈ ਸੁਣ ਮੀਤ ਗੁਰੂ ਘਰ ਉਹ ਇਹ ਜਾਣ ਪ੍ਰਸਾਦ। ਪ੍ਰਿਥਿਆ ਸੁਲਹੀ ਖਾਨ ਨੂੰ ਕਹਿਣ ਲੱਗੇ ਨੇ, ਕਹਿੰਦੇ ਇਹ ਸੁਲਹੀ ਖਾਨ, ਇਹ ਧਨ ਨਹੀਂ ਹੈ, ਇਹ ਤੇ ਗੁਰੂ ਘਰ ਦਾ ਪ੍ਰਸਾਦ ਹੈ। ਕਿਉਂ ਦੇ ਰਹੇ ਨੇ ਧਨ ਨੂੰ? ਇਸ ਕਰਕੇ ਦੇ ਰਹੇ ਨੇ ਵੀ ਧਨ ਦੇਵਾਂਗੇ ਤੇ ਕੰਮ ਚੰਗਾ ਕਰੇਗਾ। ਇਸ ਨੂੰ ਦੂਜੇ ਲਫ਼ਜ਼ਾਂ ਦੇ ਵਿੱਚ ਅਸੀਂ ਰਿਸ਼ਵਤ ਕਹਿ ਸਕਦੇ ਹਾਂ, ਕਿਉਂਕਿ ਕਿਸੇ ਤੋਂ ਜਦੋਂ ਕੋਈ ਕਾਰਿਆ ਕਰਾਉਣਾ ਉਹਨੂੰ ਧਨ ਦੇ ਦਿੱਤਾ ਜਾਂਦਾ ਹੈ। ਧਨ ਦਾ ਜਿਹੜਾ ਧਨ ਹੈ ਉਹਦੇ ਅੰਦਰ ਦੀ ਜਿਹੜੀ ਜ਼ਮੀਰ ਹੈ ਉਹਨੂੰ ਦਬ ਲੈਂਦਾ ਹੈ। ਇਸ ਕਰਕੇ ਸਿਆਣੇ ਲੋਕ ਇਹ ਗੱਲ ਕਹਿੰਦੇ ਨੇ, ਕਹਿੰਦੇ ਦੁਨੀਆ ਵਿੱਚ ਹਰੇਕ ਵਿਅਕਤੀ ਦੀ ਕੀਮਤ ਹੈ, ਕੀਮਤ ਲਗਾਉਣ ਵਾਲਾ ਚਾਹੀਦਾ। ਬਸ ਹਰੇਕ ਵਿਅਕਤੀ ਹੀ ਜ਼ਮੀਰ ਵੇਚ ਸਕਦਾ ਹੈ। ਹਰੇਕ ਮਨੁੱਖ ਕੋਈ 1000 ਰੁਪਏ ਵਿੱਚ ਵੇਚ ਦਿੰਦਾ ਹੈ, ਕੋਈ ਲੱਖ ਵਿੱਚ ਵੇਚ ਦਿੰਦਾ ਹੈ, ਕੋਈ ਕਰੋੜ ਵਿੱਚ ਵੇਚ ਦਿੰਦਾ ਹੈ, ਕੋਈ 1 ਅਰਬ 'ਚ ਵੇਚ ਦਿੰਦਾ। ਵੇਚ ਹਰ ਕੋਈ ਦਿੰਦਾ ਹੈ। ਕੀਮਤ ਲਗਾਉਣ ਵਾਲਾ ਚਾਹੀਦਾ। ਇਸ ਕਰਕੇ ਕੀਮਤ ਦੇ ਅਨੁਸਾਰ ਹਰੇਕ ਵਿਅਕਤੀ ਦੀ ਕੀਮਤ ਹੈ। ਜਦੋਂ ਉਹਨੂੰ ਆਪਣੀ ਜ਼ਮੀਰ ਦੀ ਕੀਮਤ ਮਿਲ ਜਾਂਦੀ ਹੈ ਲੋਕੀ ਵੇਚ ਦਿੰਦੇ ਨੇ। ਇਸ ਕਰਕੇ ਸਿਆਣੇ ਪੁਰਸ਼ ਇਹ ਗੱਲ ਕਹਿੰਦੇ ਨੇ, ਇਹ ਮਤ ਜਾਣਨਾ ਕੋਈ ਵਿਅਕਤੀ ਦੁਨੀਆ ਵਿੱਚ ਇਮਾਨਦਾਰ ਹੈ। ਬੜੇ ਲੋਕ ਚਲੋ ਹੈਗੇ ਨੇ, ਉਹਨਾਂ ਦੀ ਆਪਣੀ ਕਲਾ ਹੈ। ਕਹਿੰਦੇ ਇਮਾਨਦਾਰੀ ਉਦੋਂ ਤੇ ਹੀ ਬਣੀ ਰਹਿੰਦੀ ਹੈ ਜਦੋਂ ਤਾਈਂ ਬੇਈਮਾਨੀ ਦਾ ਮੌਕਾ ਨਹੀਂ ਮਿਲਿਆ। ਇਸ ਕਰਕੇ ਲੋਕ ਦੂਜਿਆਂ ਨੂੰ ਕਹਿ ਦਿੰਦੇ ਨੇ ਇਹ ਸਾਰਾ ਕੁਝ ਹੀ ਖਾ ਗਏ ਨੇ, ਦੇਸ਼ ਦੇ ਰਾਜਨੇਤਾ ਬਣ ਗਏ ਨੇ। ਅਸਲ ਤੇ ਗੱਲ ਉਦੋਂ ਬਣੇਗੀ ਜਦੋਂ ਆਪ ਰਾਜਨੇਤਾ ਬਣੇਗਾ ਤੇ ਆਪ ਇਮਾਨਦਾਰੀ ਨਾਲ ਚੱਲੇਗਾ। ਗੱਲ ਉਦੋਂ ਬਣੇਗੀ। ਦੂਜੇ ਨੂੰ ਕਹਿਣਾ ਬੜਾ ਸੌਖਾ ਹੈ। ਮਨੁੱਖ ਉਦੋਂ ਤਾਈਂ ਸਦਾਚਾਰੀ ਹੈ ਜਦੋਂ ਤਾਈਂ ਦੁਰਾਚਾਰੀ ਦਾ ਉਹਨੂੰ ਮੌਕਾ ਨਹੀਂ ਮਿਲਿਆ। ਬਸ ਗੱਲ ਇੰਨੀ। ਮੈਂ ਦੂਜੀ ਗੱਲ ਕਹਿ ਦਿਆਂ, ਉਦੋਂ ਤਾਈਂ ਸਾਧੂ ਹੈ ਜਦੋਂ ਤਾਈਂ ਚੋਰੀ ਦਾ ਮੌਕਾ ਨਹੀਂ ਮਿਲਿਆ। ਜਦੋਂ ਮੌਕਾ ਮਿਲਦਾ ਹੈ ਲੋਕੀ ਵਿਕ ਜਾਂਦੇ ਨੇ, ਚੋਰੀਆਂ ਕਰ ਲੈਂਦੇ ਨੇ। ਹਰੇਕ ਵਿਅਕਤੀ ਦੀ ਕੀਮਤ ਹੈ ਔਰ ਕੀਮਤ ਹਰੇਕ ਮਨੁੱਖ ਨੂੰ ਡੁਲਾ ਦਿੰਦੀ ਹੈ। ਹਰੇਕ ਮਨੁੱਖ ਨੂੰ ਮੈਂ ਇੱਥੇ ਬੇਨਤੀ ਕਰਦਾ, ਜਦੋਂ ਕੀਮਤ ਡੁਲਾਉਂਦੀ ਹੈ ਨਾ,
ਉਦੋਂ ਵਿਅਕਤੀ ਨੂੰ ਇਹ ਵੀ ਨਹੀਂ ਵਿਖਣਾ ਬੰਦ ਹੋ ਜਾਂਦਾ ਹੈ ਅੱਗੇ ਮੈਂ ਕਿਹਦੀ ਕੀਮਤ ਲਗਾ ਰਿਹਾ। ਧਰਮ ਨੂੰ ਲੋਕੀ ਵੇਚ ਦਿੰਦੇ ਨੇ। ਅੱਗੇ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ 7 ਸਾਲ ਤੇ 9 ਸਾਲ ਦੇ ਸਨ। ਜਿਹੜਾ ਉਦੋਂ ਦਾ ਕਾਜੀ ਸੀ ਥੋੜੀ ਕੀਮਤ ਦਿੱਤੀ, ਨਹੀਂ ਵਿਕਿਆ। ਜਦੋਂ ਬਹੁਤੀ ਕੀਮਤ ਉਹਨੂੰ ਦਿੱਤੀ, ਹਾਲਾਂਕਿ ਇਸਲਾਮ ਦੇ ਵਿੱਚ ਬੱਚਿਆਂ ਦੇ ਉੱਤੇ ਕੋਈ ਵੀ ਰੂਲ ਲਾਗੂ ਨਹੀਂ ਹੁੰਦਾ ਵੀ ਬੱਚਿਆਂ ਨੂੰ ਸਜ਼ਾ ਦਿੱਤੀ ਜਾਏ, ਪਰ ਐਸੇ ਲੋਕ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਧਰਮ ਦੀ ਵਿਆਖਿਆ ਹੀ ਗਲਤ ਕਰ ਦਿੰਦੇ ਨੇ। ਗੁਰੂ ਕੁਝ ਕਹਿ ਰਿਹਾ ਹੁੰਦਾ, ਪੰਕਤੀ ਦੀ ਵਿਆਖਿਆ ਕੁਝ ਹੋਰ ਕਰ ਦਿੰਦੇ ਨੇ। ਵਿਆਖਿਆ ਆਪਣੇ ਹਿਸਾਬ ਨਾਲ ਵੀ ਕੀਤੀ ਜਾ ਸਕਦੀ ਹੈ। ਇਵੇਂ ਹੀ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਸਨ ਰਾਮ ਰਾਏ, ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਜਦੋਂ ਔਰੰਗਜ਼ੇਬ ਦੇ ਦਰਬਾਰ ਵਿੱਚ ਜਾ ਕੇ ਇਹ ਵੇਖਿਆ ਸ਼ਾਹੀ ਸਹੂਲਤਾਂ ਨੇ, ਨਾਲ ਦੀ ਨਾਲ ਗੁਰੂ ਦਾ ਬਚਨ ਭੁੱਲ ਗਏ, ਬਾਣੀ ਹੀ ਉਲਟੀ ਕਰ ਦਿੱਤੀ। ਬਾਣੀ ਦਾ ਸ਼ਬਦ ਭੇਜ ਦਿੱਤਾ, ਸ਼ਬਦ ਹੀ ਗਲਤ ਦਿੱਤਾ ਬਾਣੀ ਦਾ। ਕਿਉਂ? ਕਿਉਂਕਿ ਕੀਮਤ ਮਿਲ ਗਈ। ਪਰ ਇਸ ਦੁਨੀਆ ਦੇ ਵਿੱਚ ਬੜੇ ਬੜੇ ਲੋਕ ਵਿਕਦੇ ਵੇਖੇ ਗਏ ਹਨ। ਇਨਸਾਫ ਵਿਕ ਜਾਂਦੇ ਨੇ। ਕਿਉਂ? ਜਿਨ੍ਹਾਂ ਨੇ ਇਨਸਾਫ ਦੇਣਾ ਹੈ ਉਹਨਾਂ ਦੀ ਕੋਈ ਕੀਮਤ ਹੈ। ਜਿਸ ਦਿਨ ਉਹਨਾਂ ਨੂੰ ਸਹੀ ਕੀਮਤ ਵਾਲਾ ਮਿਲ ਜਾਂਦਾ ਹੈ, ਕਲਮਾਂ ਵਿਕ ਜਾਂਦੀਆਂ ਨੇ, ਇਨਸਾਫ ਵਿਕ ਜਾਂਦੇ ਨੇ, ਰੂਲ ਵਿਕ ਜਾਂਦੇ ਨੇ, ਰੈਗੂਲੇਸ਼ਨ ਵਿਕ ਜਾਂਦੇ ਨੇ। ਇਸ ਕਰਕੇ ਸ਼ੇਖ ਸਾਦੀ ਇਹ ਗੱਲ ਕਹਿੰਦੇ ਨੇ, ਕਹਿੰਦਾ ਜਿਹੜਾ ਕਾਨੂੰਨ ਹੈ ਇਹ ਮਕੜੀ ਦਾ ਜਾਲ ਹੈ। ਕਿਉਂ? ਕਹਿੰਦੇ ਇਹਦੇ ਵਿੱਚ ਕੀੜੇ ਮਕੌੜੇ ਤੇ ਫਸ ਜਾਂਦੇ ਨੇ, ਹਾਥੀ ਤੋੜ ਕੇ ਨਿਕਲ ਜਾਂਦੇ ਨੇ। ਇਹ ਮਕੜੀ ਦਾ ਜਾਲ ਹੈ, ਹੋਰ ਕੁਝ ਵੀ ਨਹੀਂ। ਹਾਥੀ ਪੈਸੇ ਦੇ ਨਾਲ ਇਹਨੂੰ ਤੋੜ ਦਿੰਦੇ ਨੇ। ਉਹ ਪੈਸੇ ਕਿਉਂ ਦੇ ਰਿਹਾ ਹੈ? ਇਸ ਕਰਕੇ ਦੇ ਰਿਹਾ, ਇਹ ਮੇਰੀ ਮਦਦ ਕਰੇਗਾ, ਇਹਦੀ ਜ਼ਮੀਰ ਨੂੰ ਮੈਂ ਖਰੀਦ ਲੈਂਦਾ ਹਾਂ। ਧਨ ਦੇਖ ਕੇ ਹੇਤ ਦਿਓ ਤੁਮਕੋ, ਲੇਹੋ ਆਪ ਕਰੋ ਹਮਰੋ ਐ ਲਾਗੂ। ਇਸ ਕਰਕੇ ਕਹਿੰਦੇ ਨੇ ਮੈਂ ਤੁਹਾਨੂੰ ਧਨ ਵੈਸੇ ਨਹੀਂ ਦਿੱਤਾ, ਮੈਂ ਤੇ ਤੁਹਾਨੂੰ ਇਸ ਕਰਕੇ ਦਿੱਤਾ ਤੁਸੀਂ ਆਪਣੀ ਫੌਜ ਜਿੰਨੀ ਵੀ ਆਈ ਆ ਉਹਨੂੰ ਪ੍ਰਸ਼ਾਦਾ ਛਕਾ ਲੈਣਾ। ਸਿੱਧਾ ਤੇ ਕੌਣ ਦੇਗਾ? ਐਵੇਂ ਕਹਿੰਦੇ ਨੇ ਬੱਚਿਆਂ ਨੂੰ ਸੂਟ ਲੈ ਦੇਈ, ਗੱਲਾਂ ਤੇ ਇਹ ਕਹਿਣੀਆਂ ਨੇ। ਕਹਿੰਦੇ ਸਿੱਧਾ ਮੈਂ ਤੁਹਾਨੂੰ ਧਨ ਨਹੀਂ ਦੇ ਰਿਹਾ, ਮੈਂ ਤੇ ਤਾਂ ਦੇ ਰਿਹਾ ਹਾਂ। ਕਾਹਦੇ ਲਈ? ਜਿੰਨੀ ਵੀ ਤੁਹਾਡੇ ਨਾਲ ਸੈਨਾ ਆਈ ਹੈ ਉਹਨੂੰ ਰੋਟੀ ਪਾਣੀ ਛਕਾ ਦੇਣਾ ਹੈ। ਵਿਸ਼ਵਾਸ ਵਿਸਾਲ ਇਹ ਤੁਮਰੇ ਪਰ, ਦੇਖ ਸਕੋ ਨਹਿ ਮੋਰ ਵਿਸਾਦੂ। ਇਸ ਕਰਕੇ ਤੁਸੀਂ ਮੇਰਾ ਦੁੱਖ ਵੇਖ ਨਹੀਂ ਸਕਦੇ ਤੇ ਬਲ ਸਹਿਤ ਮੇਰੀ ਸਹਾਇਤਾ ਕਰਨ ਲਈ ਆਏ ਹੋ। ਬਲ ਸੰਗ ਸਹਾਇਕ ਹੋਰ ਇੱਕ ਭਾਇਕ, ਕੋ ਨਾ ਸਕੈ ਕਰ ਮੋਹ ਸੋ ਬੇਬਾਦੂ। ਤੁਸੀਂ ਮੇਰੀ ਸਹਾਇਤਾ ਕਰਨ ਲਈ ਆਏ ਹੋ, ਵੈਰੀ ਨੂੰ ਨਾਸ਼ ਕਰਨ ਲਈ ਆਏ ਹੋ। ਹੁਣ ਬਾਬਾ ਪ੍ਰਿਥੀ ਚੰਦ ਕਹਿੰਦਾ ਸੈਨਾ ਨੂੰ ਵੇਖ ਕੇ ਹੁਣ ਕੋਈ ਵੀ ਮੇਰਾ ਨਾਸ਼ ਨਹੀਂ ਕਰ ਸਕਦਾ ਹੈ। ਸੁਲਹੀ ਸਲਾਹ ਤੁਮ ਸਖਾ ਹੋ, ਵਿਸਾਲ ਮੇਰੇ ਤੇਰੀ ਸੁਧ ਸੁਣੀ ਕੈ। ਫਿਰ ਸੁਲਹੀ ਖਾਨ ਨੇ ਸ਼ਲਾਘਾ ਕੀਤੀ, ਕਹਿੰਦੇ ਆਉਣਾ ਕਿਉਂ ਨਹੀਂ ਸੀ, ਤੁਸੀਂ ਤੇ ਮੇਰੇ ਪਰਮ ਮਿੱਤਰ ਹੋ। ਫਿਰ ਤੁਹਾਡੀ ਖਬਰ ਸੁਣ ਕੇ ਵੀ ਤੁਹਾਨੂੰ ਗੁਰਤਾ ਗੱਦੀ ਨਹੀਂ ਮਿਲੀ, ਇਸ ਲਈ ਮੈਂ ਚੜ੍ਹਾਈ ਕਰਨ ਲਈ ਆ ਗਿਆ ਹਾਂ। ਬੋਧੋ ਗੁਰੂ ਅਰਜਨ ਲੇਹ ਮੈਂ ਪਕੜ ਕਰ, ਰਾਮਦਾਸ ਨਗਰੀ ਕੋ ਸਗਰੀ ਲੁਟਾਉਂ। ਕਹਿੰਦਾ ਹੈ ਮੈਂ ਤੇ ਇਸ ਲਈ ਆਇਆ ਹਾਂ, ਗੁਰੂ ਅਰਜਨ ਸਾਹਿਬ ਜੀ ਨੂੰ ਬੰਨ੍ਹਣ ਲਈ ਆਇਆ ਹਾਂ। ਉਹਨਾਂ ਨੂੰ ਮੈਂ ਬੰਨ੍ਹ ਕੇ ਲੈ ਜਾਵਾਂਗਾ ਤੇ ਜਿੰਨਾ ਵੀ ਰਾਮਦਾਸਪੁਰ ਜਿੰਨਾ ਵੀ ਸ਼ਹਿਰ ਹੈ ਇਸ ਸਾਰੇ ਸ਼ਹਿਰ ਨੂੰ ਮੈਂ ਲੁੱਟ ਕੇ ਲੈ ਜਾਵਾਂਗਾ। ਤੋਹੇ ਸੋ ਮਿਲਾਪ ਕਰ, ਅਧਿਕ ਪ੍ਰਤਾਪ ਕਰ। ਕਹਿੰਦੇ ਤੁਹਾਡੇ ਨਾਲ ਮਿਲਾਪ ਕਰਕੇ, ਕਿਉਂਕਿ ਤੁਹਾਡੇ ਨਾਲ ਮਿਲਾਪ ਇਸ ਲਈ ਹੋਇਆ ਹੈ, ਮਿਲਾਪ ਹੋ ਗਿਆ ਔਰ ਤੁਹਾਡਾ ਬੜਾ ਹੀ ਵੱਡਾ ਪ੍ਰਤਾਪ ਹੈ। ਰਿਪਨ ਸੰਤਾਪ ਕਰ, ਸਾਹੁ ਪਾਸ ਜਾਇਓ। ਕਹਿੰਦੇ ਇਸ ਕਰਕੇ ਮੈਂ ਜਿਹੜੇ ਤੁਹਾਡੇ ਵੈਰੀ ਨੇ ਉਹਨਾਂ ਦਾ ਨਾਸ਼ ਕਰ ਦੇਵਾਂਗਾ ਤੇ ਫਿਰ ਉਹਨਾਂ ਨੂੰ ਪਕੜ ਕੇ ਜਹਾਂਗੀਰ ਬਾਦਸ਼ਾਹ ਦੇ ਕੋਲ ਲੈ ਜਾਵਾਂਗਾ। ਸਭ ਕੋ ਸੁਨਾਉ, ਗੁਰ ਤੁਮਹਿ ਬਨਵਾਉ, ਸੁਖਾਂ ਕੋ ਸੁਖ ਦਾਉ,
ਵਿਸਾਲ ਜਸ ਪਾਉ। ਕਹਿੰਦੇ ਹਨ ਮੈਂ ਤੁਹਾਨੂੰ ਗੁਰੂ ਬਣਾ ਕੇ ਜਾਵਾਂਗਾ ਤੇ ਬੜੇ ਸੁੱਖ ਦੇ ਕੇ ਜਾਵਾਂਗਾ, ਸਾਰੀ ਸ੍ਰਿਸ਼ਟੀ ਵਿੱਚ ਤੁਹਾਡਾ ਜਸ ਫੈਲ ਜਾਏਗਾ। ਵੇਖੋ, ਸਿਰਫ ਸੈਨਾ ਦੇ ਹੰਕਾਰ ਦੇ ਵਿੱਚ ਹੀ ਐਸੀਆਂ ਗੱਲਾਂ ਮਨੁੱਖ ਦੇ ਦਿਮਾਗ ਵਿੱਚ, ਕਿਉਂਕਿ ਇਤਿਹਾਸ ਦੇ ਵਿੱਚੋਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਮੈਂ ਅੱਗੇ ਵੀ ਬੜੀ ਵਾਰੀ ਬੇਨਤੀ ਕੀਤੀ ਹੈ, ਇਹ ਜ਼ਰੂਰੀ ਨਹੀਂ ਹੁੰਦਾ ਮਨੁੱਖ ਆਪ ਗਲਤੀ ਕਰੇ ਤੇ ਆਪਣੀ ਗਲਤੀ ਤੋਂ ਹੀ ਸਿੱਖੇ। ਬੜੀ ਵਾਰੀ ਮਨੁੱਖ ਨੂੰ ਦੂਜੇ ਦੀਆਂ ਗਲਤੀਆਂ ਤੋਂ ਸਿੱਖ ਲੈਣਾ ਚਾਹੀਦਾ ਹੈ। ਉਹਨਾਂ ਨੇ ਇਹ ਗਲਤੀਆਂ ਕੀਤੀਆਂ ਤੇ ਉਹਨਾਂ ਨੂੰ ਜ਼ਿੰਦਗੀ 'ਚ ਕੀ ਮਿਲ ਗਿਆ। ਅਗਰ ਮੈਂ ਵੀ ਉਸੇ ਗਲਤੀ ਨੂੰ ਦੁਹਰਾਵਾਂਗਾ ਤੇ ਮੈਨੂੰ ਕੀ ਮਿਲ ਜਾਏਗਾ। ਇੱਕ ਨੇ ਨਾਮ ਨਹੀਂ ਜਪਿਆ ਰੋਜ਼ ਦਿਹਾੜੀ ਮਾੜੇ ਕਰਮ, ਕਿਉਂਕਿ ਇਹ ਸਵਾਲ ਬੜੇ ਲੋਕ ਕਰਦੇ ਹਨ। ਕਹਿੰਦੇ ਅਸੀਂ ਵੇਖਦੇ ਹਾਂ ਜੀ ਫਲਾਣਾ ਤੇ ਨਾਮ ਵੀ ਨਹੀਂ ਜਪਦਾ, ਸਾਰਾ ਦਿਨ ਮਾੜੇ ਕਰਮ ਹੀ ਕਰਦਾ, ਉਹਨੂੰ ਤੇ ਫਲ ਲੱਗੀ ਜਾਂਦਾ ਹੈ, ਲੱਗੀ ਜਾਂਦਾ ਹੈ। ਇਹ ਬੜਿਆਂ ਦਾ ਸਵਾਲ ਹੈ। ਸਾਧ ਸੰਗਤ, ਕਿਸੇ ਨੂੰ ਕੀ ਫਲ ਲੱਗ ਰਿਹਾ ਹੈ ਇਹ ਤੇ ਵੇਖਣਾ ਹੀ ਨਹੀਂ ਚਾਹੀਦਾ। ਅਸੀਂ ਕਿਉਂ ਵੇਖਣਾ ਕਿਸੇ ਦਾ ਫਲ। ਬਾਣੀ ਕਹਿੰਦੀ ਕਿਸੇ ਦੀ ਚੰਗਿਆਈ ਤੇ ਬੁਰਿਆਈ ਵੇਖਣਾ ਸਾਡਾ ਕੰਮ ਨਹੀਂ ਹੈ, ਫਿਰ ਕਿਹਦਾ ਕੰਮ ਹੈ। ਕੋਈ ਮਾੜਾ ਕਰ ਰਿਹਾ ਹੈ ਤੇ ਮਾੜੇ ਨੂੰ ਮਾੜੀ ਸਜ਼ਾ ਮਿਲੇ, ਇਹ ਵੀ ਨਹੀਂ ਸੋਚਣਾ ਚਾਹੀਦਾ ਦਿਮਾਗ ਵਿੱਚ। ਇਹ ਵੀ ਤੇ ਵੈਰ ਹੀ ਹੋ ਗਿਆ ਨਾ। ਅਸੀਂ ਇਹ ਸੋਚ ਲੈਂਦੇ ਉਹਦੇ ਨਾਲ ਵੈਰ ਪੈ ਗਿਆ, ਫਿਰ ਰੱਬ ਨੂੰ ਸੋਚਦੇ ਹਾਂ ਹੁਣ ਰੱਬ ਪਤਾ ਨਹੀਂ ਤਾਂ ਕਦੋਂ ਮਾੜਾ ਕਰੇਗਾ। ਇਹ ਕਿਉਂ ਸੋਚਣਾ ਹੈ। ਇਸ ਤੋਂ ਚੰਗਾ ਤੇ ਉਹਦੇ ਨਾਲ ਲੜ ਹੀ ਲਓ, ਮਨ ਵਿੱਚ ਵੈਰ ਕਾਹਤੋਂ ਰੱਖਣਾ ਹੈ। ਇਹ ਸਗੋਂ ਜ਼ਿਆਦਾ ਮਾੜਾ ਹੈ ਅਗਲੇ ਦਾ ਵੈਰ ਵਿੱਚ ਦਿਮਾਗ ਵਿੱਚ ਰੱਖਣਾ। ਇਸ ਤੋਂ ਚੰਗਾ ਤੇ ਲੜ ਲੈਣਾ ਠੀਕ ਹੈ। ਜਿਹੜਾ ਦਿਮਾਗ ਵਿੱਚ ਰੱਖਣਾ ਉਹ ਤੇ ਬਿਮਾਰੀ ਦਾ ਕਾਰਨ ਬਣੇਗਾ। ਪਰਮਾਤਮਾ ਦੀ ਦਰਗਾਹ ਦੇ ਵਿੱਚ ਮਨੁੱਖ ਇਸ ਦੁਨੀਆ ਦੇ ਵਿੱਚ ਪਰਮਾਤਮਾ ਦਾ ਦੋਸ਼ੀ ਬਣ ਜਾਏਗਾ। ਕੋਈ ਮਾੜਾ ਕਰ ਰਿਹਾ ਹੈ, ਕੋਈ ਚੰਗਾ ਕਰ ਰਿਹਾ ਹੈ, ਇਹਦੀ ਕਲਮ ਪਕੜਨ ਦੀ ਮਨੁੱਖ ਨੂੰ ਆਪਣੇ ਹੱਥ ਵਿੱਚ ਲੋੜ ਨਹੀਂ ਹੈ। ਫਿਰ ਕੌਣ ਪਕੜੇਗਾ ਇਹਦੀ ਕਲਮ। ਬਾਣੀ ਕਹਿੰਦੀ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਇਹਦੇ ਵਾਚਣ ਦੇ ਲਈ ਪਰਮਾਤਮਾ ਨੇ ਇੱਕ ਨਿਯਮ ਬਣਾਇਆ ਹੋਇਆ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਨਾ ਤੇ ਪਰਮਾਤਮਾ ਦੂਰ ਹੈ ਨਾ ਨੇੜੇ ਹੈ, ਕਰਮੀ ਹੈ ਆਪਣੀ। ਬਸ ਕਰਨੀ ਕੀ ਹੈ। ਗੱਲ ਆ ਕੇ ਕਰਨੀ ਤੇ ਖਲੋ ਜਾਣੀ ਹੈ। ਕਰਨੀ ਕੈਸੀ ਹੈ। ਭਾਵੇਂ ਰੋਜ਼ ਹੀ, ਮੈਂ ਬੜੀ ਵਾਰ ਕਿਹਾ, ਭਾਵੇਂ ਮੰਦਰ ਜਾਏ, ਗੁਰਦੁਆਰੇ ਜਾਏ, ਮੰਦਰ ਜਾਏ, ਮਸਜਿਦ ਜਾਏ, ਗਿਰਜਾ ਘਰ ਜਾਏ, ਕਰਨੀ ਕੀ ਹੈ ਵੇਖਣਾ ਤੇ ਪਏਗਾ। ਪਰਮਾਤਮਾ ਨਹੀਂ ਵੇਖਦਾ ਕਿੱਥੇ ਆ ਰਿਹਾ, ਪਰਮਾਤਮਾ ਵੇਖਦਾ ਇਹਦੀ ਕਰਨੀ ਕੈਸੀ ਹੈ, ਦਿਲ ਕੈਸਾ ਹੈ। ਇਸ ਕਰਕੇ ਕਿਸੇ ਦਾ ਬੁਰਾਈ ਚਿਤਵਣ ਦਾ ਕੋਈ ਫਾਇਦਾ ਨਹੀਂ ਹੈ। ਕੋਈ ਮਾੜਾ ਕਰ ਰਿਹਾ ਉਹਦੀ ਪ੍ਰਲਬਧ ਹੈ, ਹਜੇ ਤਾਈਂ ਉਹਦੇ ਕਰਮ ਕਾਲੇ ਨਹੀਂ ਹੋਏ। ਜਿੱਦਣ ਪਲੜਾ ਭਾਰੀ ਹੋ ਜਾਏਗਾ ਤੇ ਪਲਟ ਜਾਏਗਾ। ਉਹਦਾ ਪਲਟੇ ਭਾਵੇਂ ਨਾ ਪਲਟੇ, ਅਸੀਂ ਉਹ ਤੋਂ ਕੀ ਲੈਣਾ। ਅਸੀਂ ਆਪਣੇ ਕੰਮ ਵੱਲ ਧਿਆਨ ਦਈਏ ਜਿਹੜਾ ਕੰਮ ਕਰਨਾ ਹੈ। ਇਸ ਕਰਕੇ ਮਨੁੱਖ ਨੂੰ 80% ਦੇ ਕਰੀਬ ਤੇ ਲੋਕਾਂ ਦੀਆਂ ਚਿੰਤਾਵਾਂ ਨੇ। ਉਹਦਾ ਇਹ ਹੋ ਗਿਆ, ਉਹਨੂੰ ਇਹ ਮਿਲ ਗਿਆ, ਉਹਨੂੰ ਇਹ ਨਹੀਂ ਮਿਲਿਆ, ਫਲਾਣੇ ਨੂੰ ਆਹ ਮਿਲ ਗਿਆ। ਅਸੀਂ ਕੀ ਵੇਖਣਾ ਹੈ। ਜੇ ਆਪਣੇ ਆਪ ਨੂੰ ਨਹੀਂ ਮਿਲਿਆ, ਬਾਣੀ ਕਹਿੰਦੀ ਅਹਿਰਖ ਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਕਹਿੰਦੇ ਕਿਸੇ ਦੇ ਨਾਲ ਅਹਿਰਖ ਨਾ ਕਰ, ਸਾੜਾ ਨਾ ਕਰ। ਜੇ ਮਨਾ ਤੈਨੂੰ ਨਹੀਂ ਮਿਲਿਆ, ਤੂੰ ਚੰਗੇ ਕਰਮ ਕਰ, ਪਰਮਾਤਮਾ ਦੀ ਬੰਦਗੀ ਕਰ, ਤੈਨੂੰ ਵੀ ਮਿਲ ਜਾਏਗਾ। ਸੜਨਾ ਕਾਤੋਂ ਕਿਸੇ ਨਾਲ। ਆਪਣੀ ਪ੍ਰਲਬਧ ਨੂੰ ਬਣਾ ਸਕਦਾ ਹੈ ਮਨੁੱਖ। ਬੇਨਤੀ ਕਰ ਪਰਮਾਤਮਾ ਅੱਗੇ, ਅਰਦਾਸ ਕਰ, ਗੱਲ ਤੇ ਇੰਨੀ ਹੈ। ਦੂਜੇ ਤੋਂ ਕੀ ਲੈਣਾ ਹੈ। ਪਰ ਮਨੁੱਖ ਦਾ ਸਾਰਾ ਧਿਆਨ, ਮਨੁੱਖ ਦੀ ਖੁਸ਼ੀ ਦੂਜੇ ਦੇ ਨਾਲ ਜੁੜੀ ਹੋਈ ਹੈ। ਦੂਜੇ ਦੇ ਦੁੱਖ ਵਿੱਚ ਆਪਣਾ ਸੁੱਖ ਜੁੜਿਆ ਹੋਇਆ ਹੈ, ਦੂਜੇ ਦੀ ਖੁਸ਼ੀ ਦੇ ਵਿੱਚ ਆਪਣਾ ਦੁੱਖ ਜੁੜਿਆ ਹੋਇਆ ਹੈ। ਇਸ ਕਰਕੇ ਸ਼ਬਦ ਤੇ ਇਹ ਹੈ, ਵਿਸਰ ਗਈ ਸਭ ਤਾਤ ਪਰਾਈ। ਜੇ ਕਿਤੇ ਇਹ ਸ਼ਬਦ ਸਤ ਸੰਗੀ ਜਿਹੜੇ ਨੇ ਉਹਨਾਂ ਦੇ ਹਿਰਦਿਆਂ ਵਿੱਚ ਵਸ ਜਾਏ, ਜਬ ਤੇ ਸਾਧ ਸੰਗਤ ਮੋਹਿ ਪਾਈ। ਜੇ ਸਤ ਸੰਗਤ ਪਾ ਕੇ ਵੀ ਦੂਜੇ ਦੀ ਤਾਤ ਨਹੀਂ ਵਿਸਰੀ, ਦੂਜੇ ਦਾ ਬੁਰਾ ਹਜੇ ਵੀ ਦਿਮਾਗ ਵਿੱਚ ਚੱਲਦਾ ਹੈ, ਫਿਰ ਹਜੇ ਤਾਈਂ ਸਤ ਸੰਗਤ ਨਹੀਂ ਮਿਲੇਗੀ।
जब ते साध संगत मोहे पाई, ना को वैरी नहीं बेगाना, सगल संग हमको बन आई। इस करके दूजे का बुरा नहीं, मनुख ये सोचता रहता है दूजे का बुरा हो जाए। वो माड़े कर्म कर रहा है, अपने कर्मां के प्रति हरेक मनुख जवाबदेह है, उन्होंने देना पेगा अपने कर्मां का हिसाब। कईयां नूं इत्थे देना पै जाता है, कईयां नूं अगे देना पेगा, दोबारा फिर देना पै जाएगा। इत्थों भज के कित्थे जाएगा। मैं कल भी ये बेनती की सी, दुनिया के कैमरे हो सकता है गुरुद्वारे में कैमरे इत्थे इत्थे ही ने, इत्थों इत्थों तो ही कैमरे ने, रब के कैमरे ये अंदर ही लगे हुए हैं। सारे कैमरिਆਂ तो बचया जा सकता है, उतों नहीं बचया जा सकता। काम तो यह है, वो कैमरा तो नालों नाल ही मनुख की तस्वीर खिंची जाता है। ਪ੍ਰੀਤੀ ਏਕ ਖਾਨੀ ਸਾਧ ਸਾਧ ਪ੍ਰੀਤ ਖਾਨੀ। ਪ੍ਰੀਤੀਏ ने कहा शाबाश, कहते शाबाश उन्होंने सुलही खान नूं कहंदा है, क्योंकि उन्हें शलाघा के वचन कहे ने ना, कहते तुसीं मैनूं इन्ना ज़्यादा प्यार करते हो। सोभ कीरत महानी जग भई सखा दोए की। कहते जग विच दोहां मित्रां दी महान शोभा कीर्ति हुई है, क्योंकि तुसीं आए हो। लोग ये कहते ने ये तो प्रिथी चंद दा मित्र ही मदद करन आ गया है। आगमन तेरो सुन गयो है, पलान रिप पुरी को उचार कियो, वस्तु न कोई की। कहते तुसीं ते हजे आए ही हो, तुहाडे आउण तो पहले मेरा भरा घर छड्ड गया, हुण पूरी नूं काहदा उजाड़ना है। इनू उजाड़न का जिहड़ा प्रोग्राम है तुहानूं बंद कर देना चाहिए है। महासमरथ तुम नाम लिए काम होहे, आप चल आए पुन चिंता किस लोए की। कहते तुहाडा नां लैण नाल ही काम हो जाते ने, जे आप चल के आ गए हो फिर किस पुरुष की चिंता है। कृत कृत कीन सब काज को सुधार दीन, मोपै उपकार कीन रीत तोर तोए की। कहते हैं तुसीं ते मेरे ते बड़ा उपकार किया है। ਪ੍ਰਿਥੀ ਚੰਦ कहता सुलही खान नूं तुहाडे आउण दे नाल मेरे सारे कारज समर गए ने। कहते तुसीं बृछ अते जल दी रीत हो, ਜਿਹੜੇ ਦੋਵੇਂ मिल के एक रूप हो जाते ने। जिवें दरख्त दीयां जड़ां दे विच जल पाउने हाँ, जिवें जिवें जल पैंदा रहिंदा है जल दरख्त दे विच ही जाई जाता है। कहते इस करके तुहाडी जिहड़ी प्रीत करके मेरा भरा घर छड्ड के ही चला गया है। मैं अब लोक बुलाए मिलाए कै, फिर पुरी को बनाए बसाऊं। हुण ਪ੍ਰਿਥੀ चंद कहता है मैं हुण लोकां नूं फिर बुलावांगा ते बुला के इस पूरी नूं फिर वसावांगा। ये उजरे उजरे सो रहो, पुन आए बसे तब मैं ना हटाऊं। कहता है ਜਿਹੜੇ उजड़े ने भाव ਜਿਹੜੇ चले गए ने ਉਹਨਾਂ ਨੂੰ ਤੇ ਮੈਂ ਨਹੀਂ ਵਸਣ ਦੇਵਾਂਗਾ, ਤੇ ਜਿਹੜੇ ਇੱਥੇ ਰਹਿਣਾ ਚਾਹੁੰਦੇ ਨੇ ਉਹ ਰਹਿ ਸਕਦੇ ਹਨ। आप प्यान करो घर सुख को, होए तुम्हें इम नीत मनाऊं। ਕਹਿੰਦੇ ਹਨ ਇਸ ਕਰਕੇ ਸੁਲਹੀ ਖਾਨ ਹੁਣ ਤੁਸੀਂ ਆਪਣੇ ਘਰ ਚਲੇ ਜਾਓ, ਸਦਾ ਸੁਖੀ ਰਹੋ, यही तो मेरा आशीर्वाद ਤੁਹਾਨੂੰ है। साहु सो मेल रहो, नित बादत चौगन, काम असीस मैं गाऊं। ਕਹਿੰਦੇ ਹਨ ਪ੍ਰਿਥੀ ਚੰਦ ਹੁਣ ਅਸ਼ੀਸ਼ਾਂ ਦਿੰਦਾ ਹੈ। ਅਸੀਸ ਕੀ ਦੇ ਰਿਹਾ? ਤੁਹਾਡਾ ਰਾਜੇ ਨਾਲ ਮਿਲਾਪ ਵਧਿਆ ਰਹੇ, ਕਿਉਂਕਿ ਐਸਾ ਮਨੁੱਖ ਐਸੀ ਅਸ਼ੀਸ਼ ਦੇਗਾ। ਜਿਹੜਾ ਤੇ ਵਿਅਕਤੀ ਪਰਮਾਤਮਾ ਨਾਲ ਜੁੜਿਆ ਉਹ ਤੇ ਇਹ ਅਸੀਸ ਦੇਗਾ, ਜਾ ਤੇਰਾ ਪਰਮਾਤਮਾ ਨਾਲ ਪ੍ਰੇਮ ਵਧੇ, ਪਰਮਾਤਮਾ ਦੀ ਪ੍ਰੀਤ ਹਿਰਦੇ ਵਿੱਚ ਲੱਗੇ। ਉਹ ਕੀ ਉਹਨੂੰ ਆਸ਼ੀਰਵਾਦ ਦੇ ਰਿਹਾ ਹੈ, ਕਹਿੰਦੇ ਤੇਰਾ ਸ਼ਾਹ ਦੇ ਨਾਲ ਪ੍ਰੇਮ ਵਾਜੇ। ਉਹਨੂੰ ਪਤਾ ਹੈ, ਉਹਨੂੰ ਇਵੇਂ ਲੱਗਦਾ ਸ਼ਾਹ ਬੜਾ ਵੱਡਾ ਹੈ, ਕਿਉਂਕਿ ਮਨੁੱਖ ਨੂੰ ਨਾ ਬਾਣੀ ਦੇ ਵਿੱਚ ਮਹਾਰਾਜ ਇਹ ਗੱਲ ਕਹਿੰਦੇ ਨੇ, ਕਹਿੰਦੇ ਇਹ ਜਿਹੜੇ ਦੁਨੀਆ ਦੇ ਰਾਜੇ ਨੇ ਇਹ ਤੇ 4 ਦਿਨਾਂ ਦੇ ਰਾਜੇ ਨੇ, ਪਰ ਪਰਮਾਤਮਾ ਹੈ ਜਿਹੜਾ ਉਹ ਸਾਰੇ ਰਾਜਿਆਂ ਦਾ ਰਾਜਾ ਹੈ। ਤੁਮ ਹੋ ਸਭ ਰਾਜਨ ਕੇ ਰਾਜਾ। परमात्मा सारे राजियां दा राजा है।
ਤੇ ਉਹਦਾ ਰਾਜ ਸਦਾ ਨਿਸ਼ਚਲ ਹੈ, ਕਦੇ ਨਿਕਲਦਾ ਨਹੀਂ। ਇਸ ਕਰਕੇ ਜਿਹੜੇ ਲੋਕ ਦੁਨਿਆਵੀ ਰਾਜਿਆਂ ਦੇ ਨਾਲ ਆਪਣਾ ਪਿਆਰ ਬਣਾਉਂਦੇ ਨੇ, ਜਿੱਦਣ ਉਹਨਾਂ ਦੀਆਂ ਸਰਕਾਰਾਂ ਚਲੀਆਂ ਜਾਣਗੀਆਂ ਉਹਨਾਂ ਦੇ ਜਿਹੜੇ ਦੁੱਖ ਫਿਰ ਸ਼ੁਰੂ ਹੋ ਜਾਣਗੇ। ਪਰ ਜਿਹੜੇ ਪਰਮਾਤਮਾ ਨੂੰ ਆਪਣਾ ਮਿੱਤਰ ਬਣਾ ਲੈਂਦੇ ਹਨ, ਉਹਨਾਂ ਦਾ ਪਰਮਾਤਮਾ ਨਾਲ ਜਿਹੜਾ ਪ੍ਰੇਮ ਹੈ ਉਹ ਸਦਾ ਹੀ ਬਣਿਆ ਰਹਿੰਦਾ ਹੈ। ਸੁਲਹੀ ਸੁਲਹੀ ਸੁਰਤ ਮਹਾ ਦੁਰਬੁੱਧੀ ਦੁਰਬੁੱਧੀ ਪੂਰ ਆਨੰਦ। ਕਹਿੰਦੇ ਹਨ ਹਾਂਜੀ, ਸੁਲਹੀ ਸੁਲਹੀ ਸੁਰਤ ਮਹਾ ਦੁਰਬੁੱਧੀ ਪੂਰ ਆਨੰਦ। ਬਿਲੰਗ ਤੇ ਬਦਨ ਮੁਸਕਾਏ ਕਰ। ਸੁਲਹੀ ਖਾਨ ਨੇ ਪ੍ਰਿਥੀ ਚੰਦ ਦੀਆਂ ਜਦੋਂ ਗੱਲਾਂ ਸੁਣੀਆਂ ਬੜਾ ਆਨੰਦ, ਝੂਠਾ ਆਨੰਦ ਅੰਦਰ ਆਇਆ, ਪਰ ਆਪਣੇ ਮਨ ਵਿੱਚ ਇਹ ਆਨੰਦ ਲੈ ਕੇ ਆਂਦਾ, ਮੈਨੂੰ ਇਹਨਾਂ ਨੇ ਬੜਾ ਹੀ ਆਸ਼ੀਰਵਾਦ ਦੇ ਦਿੱਤਾ ਹੈ। ਗਇਓ ਭਾਜ ਜਾਣਦੇ ਹੋ, ਕਾਹੇ ਕਿਸ ਨਾਮ ਲਿਓ। ਰਾਖੋ ਨਿਰਜ ਗੇ ਸਭ, ਨਗਰੀ ਬਸਾਏ ਕਰ। ਕਹਿੰਦਾ ਹੈ ਤੁਸੀਂ ਕਿਉਂ ਗੁਰੂ ਅਰਜਨ ਸਾਹਿਬ ਜੀ ਦਾ ਨਾਂ ਲੈਂਦੇ ਹੋ? ਛੱਡੋ, ਜਿਹੜਾ ਭੱਜ ਗਿਆ ਹੈ। ਤੁਸੀਂ ਹੁਣ ਇਸ ਨਗਰੀ ਨੂੰ ਵਸਾਓ ਤੇ ਸਦਾ ਹੀ ਆਪਣੇ ਅਧੀਨ ਰੱਖੋ। ਫਿਰ ਬਸੈ ਆਏ ਕਰ, ਪੈਰ ਕੋ ਲਗਾਏ ਕਰ। ਪਾਪ ਪੁਜਵਾਏ ਕਰ, ਧਨ ਸਮੁਦਾਏ ਕਰ। ਕਹਿੰਦੇ ਹਨ ਜੇ ਫੇਰ ਵੀ ਆ ਕੇ ਇੱਥੇ ਵਸੇ ਨਾ ਗੁਰੂ ਅਰਜਨ ਸਾਹਿਬ, ਮੈਨੂੰ ਇੱਕ ਵਾਰੀ ਫਿਰ ਦੱਸ ਦੇਣਾ, ਫਿਰ ਮੈਂ ਆਵਾਂਗਾ ਤੇ ਇਹਨਾਂ ਨੂੰ ਇੱਥੋਂ ਉਜਾੜ ਕੇ ਚਲਾ ਜਾਵਾਂਗਾ। ਬੀਜੇ ਮੋਹ ਸੁਨਾਏ ਕਰ, ਆਵੋ ਪੰਥ ਧਾਏ ਕਰ। ਕਬਹੀ ਰਹਾਏ ਕਰ, ਦੋਵੇਂ ਮਰਵਾਏ ਕਰ। ਕਹਿੰਦੇ ਹਨ ਮੈਨੂੰ ਦੱਸ ਦੇਣਾ, ਫਿਰ ਮੈਂ ਆ ਜਾਵਾਂਗਾ, ਉਹਨਾਂ ਨੂੰ ਪਕੜ ਲਵਾਂਗਾ ਤੇ ਮਾਰ ਕੇ ਚਲਾ ਜਾਵਾਂਗਾ। ਇਹ ਗੁਰੂ ਅਰਜਨ ਸਾਹਿਬ ਜੀ ਦੇ ਬਾਰੇ ਸਾਰੀਆਂ ਗੱਲਾਂ ਕਰ ਰਿਹਾ ਸੁਲਹੀ ਖਾਨ, ਕਿਉਂਕਿ ਹਜੇ ਤਾਈਂ ਉਸ ਨੂੰ ਇਹ ਪਤਾ ਨਹੀਂ ਹੈ ਗੁਰੂ ਅਰਜਨ ਸਾਹਿਬ ਜੀ ਕਿਹੜੀ ਸ਼ਖਸੀਅਤ ਦੇ ਮਾਲਕ ਨੇ। ਹਜੇ ਉਹ ਆਪਣੀ ਸੈਨਾ ਦੇ ਹੰਕਾਰ ਵਿੱਚ ਹੀ ਗੱਲਾਂ ਕਰ ਰਿਹਾ, ਕਿਉਂਕਿ ਹੰਕਾਰ ਕਿਸੇ ਨਾ ਕਿਸੇ ਚੀਜ਼ ਤੇ ਖਲੋਤਾ ਹੀ ਹੁੰਦਾ ਹੈ। ਕਦੇ ਵੀ ਤੁਸੀਂ ਨਜ਼ਰ ਮਾਰੋਗੇ ਨਾ, ਕੋਈ ਵਿਅਕਤੀ ਉੱਚੇ ਬੋਲ ਬੋਲੇਗਾ, ਉਹਦੇ ਬੋਲਣ ਦਾ ਕੋਈ ਨਾ ਕੋਈ ਤੇ ਕਾਰਨ ਜ਼ਰੂਰ ਹੋਏਗਾ। ਐਵੇਂ ਨਹੀਂ ਕੋਈ ਮਨੁੱਖ ਮਾੜਾ ਬੋਲਦਾ ਕਿਸੇ ਨੂੰ। ਹੰਕਾਰ ਕਿਸੇ ਨਾ ਕਿਸੇ ਚੀਜ਼ ਤੇ ਟਿਕਿਆ ਹੁੰਦਾ ਹੈ, ਜਾਂ ਤੇ ਉਹ ਟਿਕਿਆ ਹੁੰਦਾ ਹੈ ਜੇ ਦੁਨੀਆ ਦੇ ਵਿੱਚ ਆ ਧਨ ਤੇ ਟਿਕਿਆ ਹੋਏਗਾ, ਰੂਪ ਤੇ ਟਿਕਿਆ ਹੋਏਗਾ, ਜਾਂ ਫਿਰ ਉਹ ਟਿਕਿਆ ਹੋਏਗਾ ਸਮਾਜਿਕ ਇੱਜ਼ਤ ਦੇ। ਜੇ ਧਰਮ ਦੀ ਲਾਈਨ ਵਿੱਚ ਆ ਉਹ ਸੇਵਾ ਤੇ ਵੀ ਟਿਕ ਜਾਂਦਾ ਹੈ, ਕਿਤਾਬਾਂ ਪੜ੍ਹੀਆਂ ਹੋਣ ਗਿਆਨ ਤੇ ਵੀ ਟਿਕ ਜਾਂਦਾ, ਧਰਮ ਦੀ ਲਾਈਨ 'ਚ ਇਹਨਾਂ ਚੀਜ਼ਾਂ ਨੇ ਟਿਕ ਜਾਂਦਾ। ਜੇ ਕਿਤੇ ਸਿਮਰਨ ਕਰ ਰਹੇ ਆ ਕਈ ਵਾਰੀ ਸਿਮਰਨ ਤੇ ਵੀ ਟਿਕ ਜਾਂਦਾ, ਇਹ ਵੀ ਗੱਲ ਯਾਦ ਰੱਖਣਾ। ਮੈਂ ਤੇ 5-5 ਘੰਟੇ ਜਪ ਲੈਣਾ, ਇੱਥੇ ਵੀ ਟਿਕ ਜਾਂਦਾ। ਜਿਹੜਾ ਹਜੇ ਮੈਂ ਜਪ ਲੈਣਾ ਹੈ ਹੰਕਾਰ ਤੇ ਟਿਕ ਗਿਆ। ਜੇ ਕਿਤੇ ਇਹਨਾਂ ਧਾਰਮਿਕ ਸਥਾਨਾਂ ਦੇ ਵਿੱਚ ਕੋਈ ਹੰਕਾਰ ਕਰਦਾ ਤੇ ਇੱਥੇ ਹੀ ਰਹਿੰਦਾ, ਉਹਦਾ ਹੰਕਾਰ ਇਹਨਾਂ ਚੀਜ਼ਾਂ ਤੇ ਟਿਕਿਆ ਹੋਏਗਾ, ਧਾਰਮਿਕ ਲਾਈਨ ਵਿੱਚ। ਇਸ ਕਰਕੇ ਜਦੋਂ ਮਨੁੱਖ ਸਿਮਰਨ ਕਰੇ ਨਾ ਤੇ ਮਨ ਨੂੰ ਤੇ ਪਤਾ ਹੀ ਨਹੀਂ ਲੱਗਣਾ ਚਾਹੀਦਾ ਮੈਂ ਕੀਤਾ ਹੈ। ਜਦੋਂ ਤੇ ਮਨ ਨੂੰ ਪਤਾ ਲੱਗ ਰਿਹਾ ਹੈ, ਮਨ ਇਹਦਾ ਹੰਕਾਰ ਕਰ ਲਵੇਗਾ, ਕਦੀ ਵੀ ਕਰ ਸਕਦਾ। ਇਸ ਕਰਕੇ ਪ੍ਰਿਥੀ ਚੰਦ ਹੈ ਜਿਹੜਾ ਸੁਲਹੀ ਖਾਨ ਹੈ, ਉਹਦਾ ਹੰਕਾਰ ਆਪਣੀ ਸੈਨਾ ਤੇ ਟਿਕਿਆ ਹੋਇਆ ਹੈ। ਐਸੇ ਕਹਿ ਧੀਰ ਦੀ ਮਿਲੇ ਦੋ ਵੀਰ ਸਮ, ਪ੍ਰਿਥਿਆ ਪ੍ਰਸੰਨ ਭਇਓ ਨਿਜ ਧਾਮ ਆਇਓ। ਕਹਿੰਦੇ ਇਸ ਕਰਕੇ ਜਿਹੜਾ ਪ੍ਰਿਥੀ ਚੰਦ ਹੈ ਸੁਲਹੀ ਖਾਨ ਨੂੰ ਬੜਾ ਭਰਾਵਾਂ ਵਾਂਗੂ ਮਿਲਿਆ ਤੇ ਭੇਜ ਦਿੱਤਾ। ਸਾਧ ਸੰਗਤ, ਇਹ ਇਸ ਦੀ ਝੂਠੀ ਆਪਣੇ ਆਪ ਦੇ ਵਿੱਚ ਵਡਿਆਈ ਕਰ ਰਿਹਾ। ਜਿਵੇਂ ਜਦੋਂ ਸ਼੍ਰੀ ਕ੍ਰਿਸ਼ਨ ਰਾਜਦੂਤ ਬਣ ਕੇ ਗਏ ਨਾ, ਦੁਰਯੋਧਨ ਨੇ ਵੀ ਇਹ ਗੱਲ ਕਹੀ ਸੀ, ਕਹਿੰਦੇ ਪਕੜ ਲਓ ਇਹਨੂੰ, ਗਵਾਲੇ ਨੂੰ ਬੰਨ੍ਹ ਲਓ ਇੱਥੇ। ਕਿਉਂ? ਕਿਹੜੀ ਚੀਜ਼ ਤੇ? ਮੇਰੇ ਕੋਲ ਕਰਨ ਬੈਠਾ ਹੈ। ਨਾਲ ਦਿਆਂ ਨੇ ਸਮਝਾਇਆ ਤੇਰੀ ਮੱਤ ਮਾਰੀ ਗਈ ਹੈ। ਵੱਡੇ ਵੱਡੇ ਉੱਥੇ ਸਿਆਣੇ ਪੁਰਸ਼ ਬੈਠੇ ਨੇ, ਉਹਨਾਂ ਕਿਹਾ ਦੁਰਯੋਧਨ ਤੇਰੇ ਦੁਰਭਾਗਿਆ ਦੇ ਵਿੱਚ ਰੱਬ ਨੇ ਹਾਰ ਲਿਖ ਦਿੱਤੀ ਹੈ। ਤੇਰੀਆਂ ਗੱਲਾਂ ਤੋਂ ਹੁਣ ਇਹ ਮਾਲੂਮ ਹੋ ਰਿਹਾ ਹੈ ਤੇਰੀ ਜ਼ਿੰਦਗੀ ਬਹੁਤੇ ਦਿਨ ਦੀ ਨਹੀਂ ਹੈ, ਕਿਉਂਕਿ ਵਿਸ਼ਮ ਬੁੱਧੀ ਵਿਨਾਸ਼ ਕਾਲੇ, ਮਾੜੀ ਮੱਤ ਵਿਨਾਸ਼ ਦਾ ਕਾਰਨ ਬਣਦੀ ਹੈ।
ਤੇ ਜਦੋਂ ਮਨੁੱਖ ਐਸੇ ਐਸੇ ਬੋਲ ਬੋਲਣ ਲੱਗੇ, ਰੱਬ ਦੇ ਜਿਹੜੇ ਭਗਤ ਨੇ ਉਹਨਾਂ ਨੂੰ ਹੀ ਕੁਛ ਨਾ ਸਮਝੇ, ਰੱਬ ਦੀਆਂ ਲਿਖੀਆਂ ਹੋਈਆਂ ਲਿਖਤਾਂ ਤੇ ਟੀਕਾ ਟਿੱਪਣੀ ਕਰੇ, ਇਹ ਸਮਝ ਲੈਣਾ ਚਾਹੀਦਾ ਉਹਦੀ ਆਯੂ ਥੋੜ੍ਹੇ ਦਿਨਾਂ ਦੀ ਹੈ, ਵਿਨਾਸ਼ ਉਹਦਾ ਸੀਮਿਤ ਹੈ। ਜਾਂ ਤੇ ਸਰੀਰਕ ਆਯੂ ਸਮਝ ਲਓ, ਨਹੀਂ ਫਿਰ ਮਾਨਸਿਕ ਤੌਰ ਤੇ ਉਹ ਮਰਿਆ ਹੀ ਸਮਝੋ, ਪਹਿਲਾਂ ਹੀ ਮਰਿਆ ਤਾਂ ਹੀ ਤੇ ਏਡੀ ਗੱਲ ਕਰ ਰਿਹਾ। ਅਧਿਆਤਮਿਕ ਤਲ ਤੇ ਉਸ ਦਾ ਖਤਮ ਹੋ ਚੁੱਕਿਆ ਹੈ ਜਮਾਂ ਹੀ। ਇਸ ਕਰਕੇ ਜਦੋਂ ਮਾੜੀ ਮੱਤ ਮਨੁੱਖ ਦੇ ਅੰਦਰ ਪ੍ਰਬਲ ਹੁੰਦੀ ਹੈ, ਫਿਰ ਹੀ ਉਹ ਐਸੀਆਂ ਗੱਲਾਂ ਕਰਦਾ ਹੈ। ਸੁਲਹੀ ਬਿਤਾਏ ਜਿਸ ਔਰ ਕਾਮ ਹੇਤ ਗਇਓ, ਉਤੋ ਪਾਤਸ਼ਾਹ ਕੋ ਸੋ ਨੀਕੋ ਸੁਧਾਰਿਓ। ਇਸ ਕਰਕੇ ਸੁਲਹੀ ਖਾਨ ਤੇ ਫਿਰ ਅੰਮ੍ਰਿਤਸਰੋਂ ਚਲਾ ਗਿਆ ਤੇ ਬਾਦਸ਼ਾਹ ਜਹਾਂਗੀਰ ਦਾ ਕੋਈ ਹੋਰ ਕੰਮ ਸੀ, ਉਹਨੂੰ ਕਰਨ ਲਈ ਚਲਾ ਗਿਆ ਹੈ। ਫਿਰ ਦਿੱਲੀ ਪੁਰ ਕੋ ਪਿਆਨ ਕੀਨ ਮੰਦ ਮਤ, ਬਹਨੀ ਸਮੀਪ ਤੇ ਅਧਿਕ ਗਰਭ ਆਯੂ। ਕਹਿੰਦੇ ਇਸ ਕਰਕੇ ਫਿਰ ਉਹਨੇ ਦਿੱਲੀ ਵੱਲ ਨੂੰ ਚੜ੍ਹਾਈ ਕਰ ਦਿੱਤੀ ਤੇ ਬਾਦਸ਼ਾਹ ਨੂੰ ਉਹਨੇ ਜਾ ਕੇ ਮਿਲਣਾ ਸੀ। ਸਾਧ ਸੰਗਤ, ਇਹ ਜਿਹੜੀਆਂ ਘਟਨਾਵਾਂ ਨੇ ਨਾ ਗੁਰੂ ਸਾਹਿਬ ਜੀ ਨੂੰ ਪਕੜਨ ਵਾਲੀਆਂ, ਇਹ ਘਟਨਾਵਾਂ ਸਿੱਖ ਇਤਿਹਾਸ 'ਚ ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਮਿਲਦੀਆਂ ਨੇ। ਜਦੋਂ ਬੀਬੀ ਨਸੀਰਾਂ ਦਾ ਭਰਾ ਪੀਰ ਬੁੱਧੂ ਸ਼ਾਹ ਜੀ ਦੇ ਘਰੋਂ ਬੀਬੀ ਨਸੀਰਾਂ ਜੀ, ਉਹਨਾਂ ਦਾ ਭਰਾ ਜਦੋਂ ਦਿੱਲੀ ਦੇ ਵਿੱਚ ਔਰੰਗਜ਼ੇਬ ਨੂੰ ਕਹਿ ਕੇ ਆਇਆ, ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਣੇ ਫੜ ਲਿਆਵਾਂਗਾ। ਪਹਿਲੇ ਸਮਿਆਂ 'ਚ ਨਾ ਬੀੜਾ, ਜਿਹੜਾ ਆਪਾਂ ਸ਼ਬਦ ਕਹਿੰਦੇ ਨਾ ਬੀੜਾ ਚੁੱਕਿਆ, ਉਹਨੇ ਬੀੜਾ ਚੁੱਕਿਆ। ਬੀੜੇ ਦਾ ਮਤਲਬ ਹੁੰਦਾ ਸੀ ਪਹਿਲਾਂ ਰਾਜ ਦਰਬਾਰ 'ਚ ਲੋਕੀ ਉਹ ਪਾਨ ਖਾਂਦੇ ਹੁੰਦੇ ਸੀ, ਤੇ ਜਿਹੜਾ ਵਿਅਕਤੀ ਕਿਸੇ ਕੰਮ ਨੂੰ, ਕਿਸੇ ਚੀਜ਼ ਨੂੰ ਫਤਿਹ ਕਰਨ ਲਈ ਜਾਂਦਾ ਸੀ ਨਾ, ਉਹਦੇ ਅੱਗੇ ਪਾਨ ਦਾ ਬੀੜਾ ਕਰ ਦਿੰਦੇ ਸੀ। ਫਿਰ ਉਹ ਬੀੜੇ ਨੂੰ ਖਾਂਦਾ ਸੀ, ਖਾ ਕੇ ਉੱਥੇ ਥੁੱਕ ਦਿੰਦਾ ਸੀ ਤੇ ਕਹਿੰਦਾ ਮੈਂ ਇਹ ਕੰਮ ਕਰਕੇ ਆਵਾਂਗਾ। ਇਹਨੂੰ ਕਹਿੰਦੇ ਨੇ ਬੀੜਾ ਚੁੱਕਣਾ, ਜਿਹਨੂੰ ਅਸੀਂ ਅੱਜ ਕਹਿੰਦੇ ਫਲਾਣੇ ਨੇ ਬੀੜਾ ਚੁੱਕਿਆ। ਬੀੜਾ ਚੁੱਕਣ ਦਾ ਇਹ ਮਤਲਬ ਹੈ। ਉਹਨੇ ਉਦੋਂ ਬੀੜਾ ਚੁੱਕਿਆ, ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਫੜ ਕੇ ਲਿਆਵਾਂਗਾ। ਸੈਦ ਖਾਂ ਉਸ ਦਾ ਨਾਮ ਹੈ। ਆਪਣੀ ਭੈਣ ਕੋਲ ਗਿਆ, ਉਸਦੀ ਭੈਣ ਕਹਿੰਦੀ ਹੈ, ਭਰਾਵਾ ਕੀ ਕੰਮ ਹੈ? ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਕੜਨ ਆਇਆ। ਕਹਿੰਦੇ ਤੂੰ ਗਲਤੀ ਕਰ ਰਿਹਾ ਹੈ। ਕਹਿੰਦਾ ਨਹੀਂ ਭੈਣ, ਮੇਰੇ ਤੀਰਾਂ ਦੀ ਵਿਸ਼ਾਰ ਗੁਰੂ ਗੋਬਿੰਦ ਸਿੰਘ ਨੇ ਵੇਖੀ ਨਹੀਂ। ਮੇਰੇ ਕੋਲ ਲੱਖ ਸੈਨਿਕ ਨੇ, ਮਿੰਟਾਂ 'ਚ ਮੈਂ ਗੁਰੂ ਗੋਬਿੰਦ ਸਿੰਘ ਨੂੰ ਫੜ ਲੈਣਾ। ਉਹਦੀ ਭੈਣ ਕਹਿੰਦੀ ਵੀਰਾ ਸਮਝ, ਉਹ ਵਿਅਕਤੀ ਨਹੀਂ ਹਨ, ਸ਼ਕਤੀ ਹਨ। ਤੂੰ ਉਹਨਾਂ ਨੂੰ ਵਿਅਕਤੀ ਵੇਖ ਰਿਹਾ ਹੈ, ਉਹ ਸ਼ਕਤੀ ਨੇ। ਉਹ ਤੇ ਰੱਬ ਦੇ ਦਰਵੇਸ਼ ਨੇ, ਰੱਬ ਦੇ ਫਕੀਰ ਨੇ, ਉਹਨਾਂ ਨੂੰ ਨਹੀਂ ਪਕੜ ਸਕਦਾ ਕੋਈ। ਕਹਿੰਦੀ, ਉਹਦੀ ਭੈਣ ਕਹਿੰਦੀ ਹੈ ਨਹੀਂ। ਉਸਦੀ ਭੈਣ ਮੰਨਿਆ ਨਾ। ਉਸਦੀ ਭੈਣ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਰਦਾਸ ਕੀਤੀ, ਮਹਾਰਾਜ ਕਹਿੰਦੀ ਐਵੇਂ ਕਰੀ, ਫਿਰ ਜੇ ਤੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਖਣਾ ਚਾਹੁੰਦਾ, ਜੰਗ ਵਿੱਚ ਜਾਏਗਾ ਨਾ, ਪਹਿਲਾਂ ਉਹਨਾਂ ਅੱਗੇ ਅਰਦਾਸ ਕਰ ਲਈ ਵੀ ਜੇ ਤੁਸੀਂ ਗੁਰੂ ਸੱਚੇ ਹੋ, ਮੈਨੂੰ ਆ ਕੇ ਇੱਥੇ ਮਿਲ ਲਵੋ। ਕਹਿੰਦਾ ਠੀਕ ਹੈ, ਇੱਥੋਂ ਉਹਨਾਂ ਦਾ ਪਤਾ ਵੀ ਲੱਗ ਜਾਏਗਾ। ਸੁਲਹੀ ਖਾਂ ਜਿਹੜਾ ਸੈਦ ਖਾਂ ਸੀ, ਇਵੇਂ ਕਹਿ ਕੇ ਜੰਗ ਵਿੱਚ ਚਲਾ ਗਿਆ। ਉਹਨੇ ਅਰਦਾਸ ਕੀਤੀ, ਮਹਾਰਾਜ ਪਤਾ ਨਹੀਂ ਕਿੱਥੇ ਹੋਣਗੇ, ਜੰਗ ਵਿੱਚ ਘੋੜਾ ਲੈ ਕੇ ਉਹਦੇ ਸਾਹਮਣੇ ਆ ਗਏ। ਉੱਥੇ ਹੀ ਤਲਵਾਰ ਸੁੱਟ ਦਿੱਤੀ। ਕਹਿੰਦੇ ਮੈਂ ਤੇ ਕੁਝ ਹੋਰ ਸਮਝ ਕੇ ਆਇਆ ਸੀ, ਇੱਥੇ ਤੇ ਗੱਲ ਕੁਝ ਹੋਰ ਬਣ ਗਈ ਹੈ। ਉਸੇ ਦਿਨ ਤੋਂ ਭਗਤੀ ਦੇ ਮਾਰਗ ਤੇ ਚੱਲ ਪਿਆ। ਕਈ ਲੋਕ ਐਸੇ ਵੀ ਹੁੰਦੇ ਨੇ ਜਿਹੜੇ ਸਮਝ ਜਾਂਦੇ ਨੇ, ਨਾ ਸਮਝ ਲੋਕ ਹਠੀ ਹੁੰਦੇ ਨੇ। ਉਹ ਹਠੀ ਨਹੀਂ ਸੀ, ਫਿਰ ਵੀ ਸਮਝ ਗਿਆ ਤੇ ਗੁਰੂ ਸਾਹਿਬ ਜੀ ਨੇ ਉੱਤੇ ਕਿਰਪਾ ਕੀਤੀ। ਐਵੇਂ ਹੀ ਸੁਲਹੀ ਖਾਨ ਤੇ ਪ੍ਰਿਥੀ ਚੰਦ ਇਹ ਸਮਝ ਰਹੇ ਨੇ ਕਿਤੇ ਜਿਹੜੀ ਗੁਰਤਾ ਗੱਦੀ ਹੈ, ਇਹਨੂੰ ਜ਼ੋਰ ਨਾਲ ਕਾਬੂ ਕੀਤਾ ਜਾ ਸਕਦਾ ਹੈ। ਕਿਤੇ ਸਾਧ ਸੰਗਤ ਬੱਦਲਾਂ ਦੀ ਔਕਾਤ ਹੈ, ਕਿਤੇ ਸੂਰਜ ਨੂੰ ਢੱਕ ਲੈਣਗੇ। ਆ 2 ਦਿਨ ਹੋਏ ਸੂਰਜ ਨਹੀਂ ਸੀ, ਕਿ ਅੱਜ ਬੱਦਲ ਰੋਕ ਸਕੇ ਨੇ ਸੂਰਜ ਨੂੰ? ਬੱਦਲਾਂ ਦੀ ਇੰਨੀ ਔਕਾਤ ਨਹੀਂ ਸੂਰਜ ਦੀ ਰੋਸ਼ਨੀ ਨੂੰ ਦੱਬ ਲੈਣ। ਇਸ ਕਰਕੇ ਜਿਹੜਾ ਸੱਚ ਹੈ ਉਹ ਛੁਪਿਆ ਨਹੀਂ ਰਹਿੰਦਾ ਹੁੰਦਾ, ਪ੍ਰਗਟ ਹੋ ਜਾਂਦਾ ਹੈ। ਜਿਹੜੇ ਕੂੜੇ ਲੋਕ ਨੇ ਉਹਨਾਂ ਦੀ ਜਿਹੜੀ ਠੱਗੀ ਹੈ ਉਹ ਵੀ ਦੁਨੀਆ ਵਿੱਚ ਉਜਾਗਰ ਹੋ ਜਾਂਦੀ ਹੈ। ਚਾਹੋ ਚਿਤ ਕਰੋ ਸੋਏ, ਆਗੇ ਨਹੀਂ ਅਰੈ ਕੋਏ, ਮਾਨੇ ਤੁਰ ਕੇਸ ਬੈਨ, ਮੈਂ ਜਥਾ ਅਲਾਇਓ। ਆਪਣੇ ਮਨ ਵਿੱਚ ਸੁਲਹੀ ਖਾਨ ਸੋਚਦਾ ਚਲਾ ਗਿਆ, ਕਹਿੰਦਾ ਮੇਰੇ ਅੱਗੇ ਦੁਨੀਆ 'ਚ ਕੌਣ ਅੜ ਸਕਦਾ ਹੈ? ਮੈਨੂੰ ਦੁਨੀਆ ਵਿੱਚ ਕੌਣ ਮਾਰ ਸਕਦਾ ਹੈ? ਮੈਂ ਤੇ ਸਾਰਿਆਂ ਨੂੰ ਹੀ ਮਾਰ ਸਕਦਾ ਹਾਂ। ਸ਼ਲੋਕ ਸੰਸਕ੍ਰਿਤੀ ਦੇ ਵਿੱਚ ਨਾ ਗੁਰੂ ਅਰਜਨ ਸਾਹਿਬ ਜੀ ਦੀ ਇੱਕ ਗਾਥਾ ਵੀ ਕਹਿੰਦੇ ਨੇ,
ਕਹਿੰਦੇ ਨੇ ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਹ ਚਤੁਰ ਦਿਸਹ ਬਿਖਮ ਥਾਨ ਬਸੰਤ ਊਚਹ ਨਹ ਸਿਮਰੰਤ ਮਰਨ ਕਦੰਚਹ ਹੋਵੰਤ ਆਗਿਆ ਭਗਵਾਨ ਪੁਰਖਾ ਨਾਨਕ ਕੀਟੀ ਸਾਸ ਅਕਰਖ ਤੇ। ਗੁਰੂ ਅਰਜਨ ਸਾਹਿਬ ਜੀ ਆਪਣੀ ਬਾਣੀ 'ਚ ਕਹਿੰਦੇ ਨੇ ਕੋਈ ਇੰਨਾ ਮਨੁੱਖ ਬਲਵਾਨ ਹੋਏ, ਬਹੁਤ ਯਤਨ ਕਰਤਾ ਬਲਵੰਤਕਾਰੀ, ਇੰਨਾ ਬਲਵਾਨ ਹੋਏ ਚਾਰੋਂ ਤਰਫੇ ਲੋਕੀ ਉਹਦੀ ਪੂਜਾ ਕਰਦੇ ਹੋਣ ਤੇ ਐਸੀ ਥਾਂ ਤੇ ਵਸਦਾ ਹੋਏ ਜਿੱਥੇ ਜਾਣਾ ਵੀ ਔਖਾ ਹੋਏ। ਪਰ ਮਹਾਰਾਜ ਕਹਿੰਦੇ ਨੇ ਜਿੱਦਣ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਨਾ, ਕਹਿੰਦੇ ਇੱਕ ਛੋਟੀ ਜੀ ਕੀੜੀ ਉਹ ਮਨੁੱਖ ਨੂੰ ਦਬ ਲੈਂਦੀ ਹੈ, ਛੋਟੀ ਜੀ ਕੀੜੀ। ਹੋਵੰਤ ਆਗਿਆ ਭਗਵਾਨ ਪੁਰਖਾ ਨਾਨਕ ਕੀਟੀ ਸਾਸ ਅਕਰਖ ਤੇ। ਕੀੜੀ ਵੀ ਸਾਹ ਖਿੱਚ ਲੈਂਦੀ ਹੈ ਉਹਦੇ, ਜਿਸ ਦਿਨ ਭਗਵਾਨ ਦੀ ਕਿਰਪਾ ਹੋਵੇ, ਜਿਸ ਦਿਨ ਪਰਮਾਤਮਾ ਨੇ ਉਸ ਵਿਅਕਤੀ ਨੂੰ ਦੁਨੀਆ ਤੋਂ ਤਬਾਹ ਕਰਨਾ ਹੈ, ਭਾਵੇਂ ਜਿੱਡਾ ਮਰਜੀ ਬਲਵਾਨ ਹੋਵੇ। ਤਾਂ ਹੀ ਕਰਕੇ ਨਾ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ ਅਜ ਹੋ ਸੋ ਨਾਓ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ। ਹਜੀ ਤੇ ਗੱਡੀ ਸਮੁੰਦਰ ਵਿੱਚ ਹੈ, ਕੀ ਜਾਣਾ ਪਤਾ ਨਹੀਂ ਕੀ ਹੋਣਾ ਹੈ। ਤੇ ਮੈਨੂੰ ਉਸ ਫਕੀਰ ਦੀ ਬੜੀ ਗੱਲ ਯਾਦ ਆਉਂਦੀ ਹੈ। ਇੱਕ ਵੇਸ਼ਵਾ ਨੇ ਰੋਜ਼ ਉੱਥੋਂ ਲੰਘਣਾ, ਫਕੀਰ ਦੇ ਚੇਲੇ ਕੋਲ ਬੈਠੇ ਹੋਣੇ ਤੇ ਕਹਿਣਾ, ਫਕੀਰ ਜੀ ਤੁਹਾਡੀ ਦਾੜੀ ਚੰਗੀ ਹੈ ਜਾਂ ਮੇਰੇ ਕੁੱਤੇ ਦੀ ਪੂੰਛ। ਰੋਜ਼ ਉਹਨੇ ਕਹਿਣਾ, ਰੋਜ਼ ਲੰਘਣਾ, ਫਕੀਰ ਨੇ ਕੁਛ ਨਾ ਬੋਲਣਾ। 30 ਸਾਲ ਉਹ ਕਹਿੰਦੀ ਰਹੀ। ਅੰਤ ਨੂੰ ਫਕੀਰ ਦੁਨੀਆ ਤੋਂ ਜਾਣ ਲੱਗਿਆ। ਕਹਿੰਦੇ ਉਹਨੂੰ ਵੇਸ਼ਵਾ ਨੂੰ ਬੁਲਾ ਕੇ ਲੈ ਕੇ ਆਓ। ਬੁਲਾ ਕੇ ਲਿਆਂਦਾ ਗਿਆ। ਕਹਿਣ ਲੱਗੇ, ਬੇਟਾ ਤੇਰੇ ਕੁੱਤੇ ਦੀ ਪੂੰਛ ਨਾਲੋਂ ਮੇਰੀ ਦਾੜੀ ਠੀਕ ਹੈ। ਨੇ ਮਹਾਰਾਜ ਜੀ ਇਹ ਗੱਲ ਉਦਣ ਦੀ ਦੱਸ ਦੇਣੀ ਸੀ, ਅੱਜ ਕਿਉਂ ਦੱਸਣ ਲੱਗੇ ਹੋ? ਕਹਿੰਦੇ ਇਹ ਜਿਹੜੀ ਦੁਨੀਆ ਹੈ ਇਹ ਦੁੱਤਰ ਸਾਗਰ ਹੈ, ਇਹਦੇ ਵਿੱਚ ਬੜੀਆਂ ਲਹਿਰਾਂ ਉੱਠਦੀਆਂ ਨੇ। ਇੱਥੇ ਬੜੇ ਵੱਡੇ ਈਮਾਨ ਵਾਲੇ ਲੋਕ ਬੇਈਮਾਨ ਹੁੰਦੇ ਵੇਖੇ ਗਏ ਨੇ। ਇੱਥੇ ਵੱਡੇ ਵੱਡੇ ਗਿਆਨੀ ਲੋਕ ਮਹਾ ਅਗਿਆਨੀ ਬਣਦੇ ਵੇਖੇ ਗਏ ਨੇ। ਇੱਥੇ ਵੱਡੀਆਂ ਵੱਡੀਆਂ ਜ਼ਮੀਨਾਂ ਦੇ ਮਾਲਕ ਭੀਖ ਮੰਗਦੇ ਵੇਖੇ ਗਏ ਨੇ। ਇਹ ਦੁਨੀਆ ਐਸੀ ਹੈ। ਇੱਥੇ ਦੁਨੀਆ ਤੇ ਕੁਛ ਵੀ ਸਥਿਰ ਨਹੀਂ ਹੈ। ਕਹਿੰਦਾ ਅੱਜ ਮੈਂ ਦੁਨੀਆ ਤੋਂ ਜਾ ਰਿਹਾ, ਬੇਦਾਗ ਜਾ ਰਿਹਾ, ਇਸ ਕਰਕੇ ਮੈਂ ਤੈਨੂੰ ਕਹਿਣ ਲੱਗਿਆ ਮੇਰੀ ਦਾੜੀ ਠੀਕ ਹੈ। ਕੀ ਪਤਾ ਲੱਗਦਾ ਹੈ ਇਹ ਦੁਨੀਆ ਦੇ ਅੰਤਸ਼ਕਰਨ ਵਿੱਚ ਰਹਿੰਦਿਆਂ ਕੀ ਪਤਾ ਕਦੋਂ ਮਨੁੱਖ ਤੇ ਦਾਗ ਲੱਗ ਜਾਣਾ ਹੈ। ਕਬੀਰ ਸਾਹਿਬ ਕਹਿੰਦੇ ਇਸ ਕਰਕੇ ਹੰਕਾਰ ਕਿਸੇ ਚੀਜ਼ ਦਾ ਵੀ ਨਹੀਂ ਕਰਨਾ ਚਾਹੀਦਾ, ਨਾ ਕਦੇ ਗਿਆਨ ਦਾ, ਨਾ ਕਦੇ ਪੈਸੇ ਦਾ, ਨਾ ਹੁਸਨ ਦਾ, ਨਾ ਜਵਾਨੀ ਦਾ, ਨਾ ਬਲ ਦਾ, ਨਾ ਭਰਾਵਾਂ ਦਾ, ਨਾ ਬਰਾਦਰੀ ਦਾ, ਨਾ ਧਰਮ ਦਾ, ਕਿਸੇ ਵੀ ਚੀਜ਼ ਦਾ ਨਹੀਂ ਕਰਨਾ ਚਾਹੀਦਾ, ਨਾ ਗਿਆਨ ਦਾ। ਇੱਥੇ ਵੱਡੇ ਵੱਡੇ ਗਿਆਨੀਆਂ ਨੂੰ ਪਰਮਾਤਮਾ ਅਗਿਆਨੀ ਬਣਾ ਦਿੰਦਾ ਹੈ। ਰਾਮਦਾਸ ਪੁਰੀ ਮੈਂ ਪ੍ਰਿਥਿਆ ਰਹਿਓ ਕਾਮ ਕਰ ਥੋਰੀ ਕੁਛ ਭੇਟ ਆਵੈ ਤਪਿਓ ਰਹੇ ਰਾਤ ਦਿਨ। ਕਹਿੰਦੇ ਹਨ ਫਿਰ ਵੀ ਬਾਬਾ ਪ੍ਰਿਥੀ ਚੰਦ ਰਾਮਦਾਸਪੁਰ ਵਿੱਚ ਹੀ ਰਹਿੰਦਾ, ਗੁਰੂ ਜੀ ਵਡਾਲੀ ਰਹਿੰਦੇ ਨੇ। ਲੋਕੀ ਭੇਟਾਵਾਂ ਤੇ ਲਿਆਉਂਦੇ ਨੇ ਪਰ ਥੋੜ੍ਹੀਆਂ ਬਹੁਤੀਆਂ। ਕੌਣ ਝੂਠੇ ਮਨੁੱਖ ਨੂੰ ਸੇਵਾ ਕਰਦਾ? ਫਿਰ ਦਿਨ ਰਾਤ ਸੜਦਾ ਰਹਿੰਦਾ ਵੀ ਗੁਰੂ ਸਾਹਿਬ ਚਲੇ ਵੀ ਗਏ ਨੇ, ਭੇਟਾਵਾਂ ਮੇਰੇ ਕੋਲ ਹਜੇ ਵੀ ਨਹੀਂ ਆਉਂਦੀਆਂ ਹਨ। ਲਾਲਸਾ ਦਰਬ ਕੀ ਸਰਬ ਮੋਹਿ ਪੁੱਜੈ ਆਏ ਵੱਡੇ ਵੱਡੇ ਆਈ ਪਿਤ ਸਮਤਾ ਕੋ ਚਾਹੇ ਮਨ। ਕਹਿੰਦੇ ਮਨ ਵਿੱਚ ਪਤਾ ਕੀ ਚਾਹੁੰਦਾ ਹੈ? ਇੱਕ ਤੇ ਲੋਕੀ ਮੈਨੂੰ ਆ ਕੇ ਪੂਜਣ, ਨਾਲੇ ਪੂਜਣ ਹੀ ਨਹੀਂ ਨਾਲ ਧਨ ਵੀ ਦੇਣ। ਤੇ ਜਿੰਨੀ ਵਡਿਆਈ ਮੇਰੇ ਪਿਤਾ ਦੀ ਸੀ ਗੁਰੂ ਰਾਮਦਾਸ ਜੀ ਦੀ, ਉਨੀ ਵਡਿਆਈ ਮੇਰੀ ਵੀ ਹੋਣੀ ਚਾਹੀਦੀ ਹੈ। ਸੰਗਤਾ ਅਨੁਜ ਪਾਸ ਜਾਤ ਕੋ ਵੀ ਲੋਕੈ ਸੁਣੈ ਤਯੋ ਤਯੋ ਵੱਡੇ ਕ੍ਰੋਧ ਯੁੱਧ ਈਰਖਾ ਕੋ ਬੋਧ ਬਿਨ। ਕਹਿੰਦੇ ਹਨ ਜਦੋਂ ਉਹਨੂੰ ਪਤਾ ਲੱਗਦਾ ਹੈ ਸਾਰੀਆਂ ਜਿਹੜੀਆਂ ਸੰਗਤਾਂ ਨੇ ਮੇਰੇ ਛੋਟੇ ਭਰਾ ਕੋਲ ਚਲੀਆਂ ਜਾਂਦੀਆਂ ਨੇ, ਮਨ ਵਿੱਚ ਬੜਾ ਪਰੇਸ਼ਾਨ ਹੁੰਦਾ ਹੈ। ਹੁਣ ਜਦੋਂ ਆਪਣੇ ਕਿਸੇ ਸ਼ਰੀਕ ਦਾ ਵਾਧਾ ਹੁੰਦਾ ਹੋਏ ਤੇ ਮਨੁੱਖ ਵੇਖ ਵੇਖ ਕੇ ਵੈਸੇ ਹੀ ਈਰਖਾ ਕਰੀ ਜਾਂਦਾ ਹੁੰਦਾ, ਨਾਲ ਦੀ ਨਾਲ ਈਰਖਾ ਕਰਦਾ, ਨਾਲ ਸੜੀ ਜਾਂਦਾ ਅੰਦਰੋਂ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਔਰ ਇਹ ਕੰਮ ਕਿਹੜੇ ਹਿਰਦੇ ਵਿੱਚ ਬਣਦਾ ਹੈ? ਜੇ ਤਨ ਬਾਣੀ ਵਿਸਰ ਜਾਏ। ਜਿਸ ਵਿਅਕਤੀ ਨੂੰ ਆਪਣੀ ਅੰਤਰ ਆਤਮਾ ਦੀ ਆਵਾਜ਼ ਭੁੱਲ ਗਈ ਹੈ ਨਾ, ਉਹਦਾ ਹਿਰਦਾ ਰੋਜ਼ ਇਵੇਂ ਹੀ ਸੜਦਾ ਰਹਿੰਦਾ ਹੈ।
ਕਾਇ ਕੰਮ ਕੌਣ ਕਰ ਰਿਹਾ ਹੈ, ਚੜ੍ਹਾਈ ਕਿਸੇ ਦੀ ਹੋ ਰਹੀ ਹੈ, ਜਲਨ ਕਿਸੇ ਨੂੰ ਹੁੰਦੀ ਰਹਿੰਦੀ ਹੈ। ਜੈਸੇ ਪਟ ਬੀਜਨੋ ਚਹਿਤ ਰਵ ਬੀਜਨੋ ਨਾ, ਜਾਨੈ ਤੇਜ ਛੀਜਨੋ ਵਿਲਾਸਤਾ ਜਨਾਏ ਜਨ। ਕਹਿੰਦੇ ਹਨ ਜਿਵੇਂ ਪੱਟ ਬੀਜਣਾ ਹੁੰਦਾ ਹੈ ਨਾ, ਪਹਿਲੇ ਸਮਿਆਂ 'ਚ ਰਾਤ ਨੂੰ ਹੁੰਦੇ ਸੀ, ਅੱਜ ਕੱਲ੍ਹ ਤੇ ਉਹ ਨਹੀਂ ਰਹੇ। ਕਹਿੰਦੇ ਉਹ ਐਵੇਂ ਸੋਚੇ ਵੀ ਮੇਰਾ ਪ੍ਰਕਾਸ਼ ਸੂਰਜ ਦੇ ਪ੍ਰਕਾਸ਼ ਨਾਲੋਂ ਜ਼ਿਆਦਾ ਕਿਉਂ ਨਹੀਂ ਹੈ। ਕਹਿੰਦੇ ਉਹਨੂੰ ਆਪਣਾ ਬਾਦਰ ਵੇਖਣਾ ਚਾਹੀਦਾ, ਆਪਣਾ ਸਰੀਰ ਵੇਖਣਾ ਚਾਹੀਦਾ, ਤੂੰ ਏਡਾ ਕਹਿ ਤੇ ਸੂਰਜ ਏਡਾ ਵੱਡਾ ਹੈ। ਇਸ ਕਰਕੇ ਮਨੁੱਖ ਆਪਣੀ ਬੰਦਗੀ ਨਹੀਂ ਵੇਂਦਾ, ਆਪਣੇ ਕਰਮ ਨਹੀਂ ਵੇਂਦਾ, ਆਪਣੀ ਪ੍ਰਲਬਧ ਨਹੀਂ ਵੇਖਦਾ, ਸਿਰਫ ਦੂਜੇ ਦੇ ਜੋ ਵੀ ਪ੍ਰਲਬਧ ਦੇ ਵਿੱਚ ਉਹਨੂੰ ਮਿਲ ਰਿਹਾ ਹੈ ਉਹਨੂੰ ਹੀ ਵੇਖਦਾ ਰਹਿੰਦਾ ਹੈ। ਪਾਤਸ਼ਾਹ ਪੰਚਮ ਪਰਪੰਚ ਕੋ ਨ ਰੰਚ ਜਾਣੈ ਸੁਤੋ, ਈ ਸੁਭਾਵ ਰਹੇ ਗ੍ਰਾਮ ਤੇ ਸਜਾਏ ਕਰ। ਕਹਿੰਦੇ ਜਿਹੜੇ ਪੰਚਮ ਪਾਤਸ਼ਾਹ ਸੀ ਨਾ ਗੁਰੂ ਅਰਜਨ ਸਾਹਿਬ ਜੀ, ਉਹਨਾਂ ਦੇ ਦਿਲ ਵਿੱਚ ਕੋਈ ਵਲ ਛਲ ਨਹੀਂ ਸੀ। ਉਹਨਾਂ ਨੂੰ ਇਹ ਲਾਲਚੀ ਨਹੀਂ ਸੀ ਕੋਈ ਆ ਕੇ ਭੇਟਾਵਾਂ ਚੜਾਏ, ਕੋਈ ਦਵੇ ਨਾ ਦਵੇ, ਜਿਹੜਾ ਪੂਰਾ ਹੋ ਗਿਆ ਉਹਨੂੰ ਭੇਟਾਵਾਂ ਦਾ ਕੀ। ਉਹ ਵਡਾਲੀ ਵਿੱਚ ਜਾ ਕੇ ਰਹਿੰਦੇ ਨੇ। ਇਹ ਗੱਲ ਨਾ ਸੇਮ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਵਾਪਰ ਗਈ। ਗੁਰੂ ਅੰਗਦ ਸਾਹਿਬ ਮਹਾਰਾਜ ਜਦੋਂ ਰਹਿੰਦੇ ਹੁੰਦੇ ਸੀ, ਉਹਨਾਂ ਦੇ ਰਹਿੰਦਿਆਂ ਹੀ ਨਾ ਉੱਥੇ ਇੱਕ ਤਪਾ ਰਹਿੰਦਾ ਹੁੰਦਾ ਸੀ। ਉਹ ਜਦੋਂ ਗੁਰੂ ਅੰਗਦ ਸਾਹਿਬ ਜੀ ਨੂੰ ਦੂਰੋਂ ਦੂਰੋਂ ਸੰਗਤਾਂ ਨੇ ਆਉਣਾ, ਤਪੇ ਨੂੰ ਬੜਾ ਲੱਗਣਾ ਵੀ ਮੈਂ ਇਸ ਪਿੰਡ ਦਾ, ਮੈਨੂੰ ਲੋਕੀ ਕਿਉਂ ਨਹੀਂ ਪੂਜਦੇ। ਇੱਕ ਵਾਰੀ ਪਿੰਡ ਦੇ ਵਿੱਚ ਮੀਂਹ ਨਾ ਪਿਆ, ਉਹਨੂੰ ਮੌਕਾ ਮਿਲ ਗਿਆ, ਲੋਕੀ ਇਕੱਠੇ ਹੋ ਗਏ, ਕਹਿੰਦੇ ਤਪਾ ਜੀ ਮੀਂਹ ਕਿਉਂ ਨਹੀਂ ਪੈ ਰਿਹਾ। ਕਹਿੰਦੇ ਤੁਹਾਨੂੰ ਪਤਾ ਹੈ ਮੀਂਹ ਕਿਉਂ ਨਹੀਂ ਪੈਂਦਾ, ਮੀਂਹ ਤਾਂ ਨਹੀਂ ਪੈ ਰਿਹਾ ਇੱਥੇ ਗੁਰੂ ਅੰਗਦ ਸਾਹਿਬ ਜੀ ਰਹਿੰਦੇ ਨੇ, ਇਹਨਾਂ ਨੇ ਸਾਰੀ ਮਰਿਆਦਾ ਪੁੱਠੀ ਕਰ ਦਿੱਤੀ ਹੈ, ਤੁਸੀਂ ਇਹਨਾਂ ਨੂੰ ਪਿੰਡੋਂ ਕੱਢੋ। ਜੇ ਪਿੰਡੋਂ ਕੱਢ ਦੇਵੋਗੇ ਬਸ ਨਾਲ ਹੀ ਮੀਂਹ ਪੈ ਜਾਣਾ। ਕਹਿੰਦੇ ਐਸਾ ਹੈ, ਕਹਿੰਦੇ ਪੱਕਾ। ਹੁਣ ਭੋਲੇ ਭਾਲੇ ਲੋਕ ਨੇ, ਜਿੱਧਰ ਲਾਓ ਉੱਧਰ ਹੀ ਲੱਗ ਜਾਣਗੇ। ਉਹਨਾਂ ਲੋਕਾਂ ਇਕੱਠੇ ਹੋ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ। ਗੁਰੂ ਅੰਗਦ ਸਾਹਿਬ ਕਹਿੰਦੇ ਨੇ ਭਾਈ ਮੀਂਹ ਦਾ ਸਾਡੇ ਨਾਲ ਕਾਹਦਾ ਸੰਬੰਧ ਹੈ, ਮੀਂਹ ਰੱਬ ਨੇ ਪਾਉਣਾ, ਸਾਡੇ ਨਾਲ ਉਹਦਾ ਕੀ ਸੰਬੰਧ ਹੈ, ਆਪਣੀ ਆਪਣੀ ਪ੍ਰਲਬਧ ਹੈ। ਕਹਿੰਦੇ ਨਹੀਂ ਨਹੀਂ, ਕਹਿੰਦੇ ਸਾਨੂੰ ਗਿਆਨ ਦੀ ਲੋੜ ਨਹੀਂ ਹੈ, ਤੁਸੀਂ ਪਿੰਡੋਂ ਚੱਲੋ। ਗੁਰੂ ਅੰਗਦ ਸਾਹਿਬ ਜੀ ਕਹਿੰਦੇ ਜਿਵੇਂ ਤੁਹਾਡੀ ਮਰਜ਼ੀ ਭਾਈ। ਗੁਰੂ ਅੰਗਦ ਸਾਹਿਬ ਜੀ ਚੱਲ ਕੇ ਪਿੰਡੋਂ ਬਾਹਰ ਚਲੇ ਗਏ, ਬਾਹਰ ਡੇਰਾ ਲਾ ਲਿਆ। ਹੁਣ ਲੋਕੀ ਇਕੱਠੇ ਹੋ ਗਏ ਤਪਾ ਜੀ ਉਹ ਤੇ ਚਲੇ ਗਏ ਨੇ ਪਿੰਡੋਂ, ਮੀਂਹ ਫੇਰ ਨਹੀਂ ਪੈ ਰਿਹਾ। ਤਪੇ ਨੇ ਅੰਦਰ ਧੂਣਾ ਲਾ ਲਿਆ, ਕਦੀ ਭਬੂਤੀ ਸੁੱਟਦਾ ਹੈ ਵਿੱਚ ਵੀ ਕਿਤੇ ਚੱਲ ਜੇ ਮੀਂਹ ਦਾ ਤੁੱਕਾ। ਹੁਣ ਮੀਂਹ ਕਿਤੋਂ, ਰੱਬ ਦੇ ਭਗਤਾਂ ਨੂੰ ਬਾਹਰ ਕੱਢ ਕੇ ਮੀਂਹ ਪੈਣਾ ਕਿਤੇ। ਬੜਾ ਕੁਝ ਉਪਰਾਲੇ ਕੀਤੇ, ਮੀਂਹ ਨਾ ਪਿਆ। ਜਦੋਂ ਮੀਂਹ ਨਾ ਪਿਆ ਲੋਕੀ ਦੁਖੀ ਹੋ ਗਏ, ਲੋਕੀ ਜਾਣ ਉਹ ਅੱਗੋਂ ਗਲ ਪੈ ਜਾਇਆ ਕਰੇ, ਤੁਸੀਂ ਕੌਣ ਹੁੰਦੇ ਹੋ ਮੈਨੂੰ ਕਹਿਣ ਵਾਲੇ। ਇੰਨੇ ਵਿੱਚ ਵੇਖੋ ਰੱਬ ਆਪਣੇ ਭਗਤਾਂ ਨੂੰ, ਗੁਰੂ ਸਾਹਿਬ ਪਰਮਾਤਮਾ ਦਾ ਰੂਪ ਨੇ, ਕਿਵੇਂ ਉਹਨਾਂ ਦੀ ਮਦਦ, ਕਿਵੇਂ ਉਹਨਾਂ ਦੀ ਦੁਨੀਆ 'ਚ ਵਡਿਆਈ ਕਰਾਉਂਦੇ ਨੇ। ਕਹਿੰਦੇ ਇੰਨੇ ਦੇ ਵਿੱਚ ਗੁਰੂ ਅਮਰਦਾਸ ਜੀ ਆ ਗਏ। ਉਹਨਾਂ ਨੇ ਵੇਖਿਆ ਗੁਰੂ ਅੰਗਦ ਸਾਹਿਬ ਜੀ ਨਹੀਂ ਹੈਗੇ ਇੱਥੇ। ਗੁਰੂ ਜੀ ਕਿੱਧਰ ਗਏ ਨੇ, ਸਾਰਿਆਂ ਦੱਸਿਆ ਵੀ ਇਹ ਤਪਾ ਹੈ ਨਾ ਜਿਹੜਾ, ਉਹਨੇ ਈਰਖਾ ਵਿੱਚ ਆ ਕੇ ਗੁਰੂ ਜੀ ਨੂੰ ਪਿੰਡੋਂ ਕਢਾ ਦਿੱਤਾ ਹੈ। ਕਹਿੰਦੇ ਕਾਹਦੇ ਲਈ, ਕਹਿੰਦੇ ਮੀਂਹ ਨਹੀਂ ਪੈ ਰਿਹਾ। ਗੁਰੂ ਅਮਰਦਾਸ ਜੀ ਕਹਿਣ ਲੱਗੇ ਪਿੰਡ ਵਾਲਿਓ ਗੱਲ ਯਾਦ ਰੱਖੋ, ਕਹਿੰਦੇ ਤੁਸੀਂ ਇਹ ਤਪੇ ਨੂੰ ਬਾਹਰ ਕੱਢ ਕੇ ਲਿਆਓ ਬਸ ਮਕਾਨ 'ਚੋਂ, ਨਾਲੋਂ ਮੀਂਹ ਪੈਣਾ ਸ਼ੁਰੂ ਹੋ ਜਾਏਗਾ। ਤੇ ਜਿੰਨੀ ਦੂਰ ਤੇ ਇਹਨੂੰ ਖਿੱਚਦੇ ਲੈ ਜਾਓਗੇ ਉਨੀ ਦੂਰ ਤੇ ਹੀ ਮੀਂਹ ਪਏਗਾ। ਕਹਿੰਦੇ ਹੋ ਜਾਏਗਾ ਐਸਾ, ਕਹਿੰਦੇ ਹਾਂ। ਕਹਿੰਦੇ ਜੇ ਤੁਹਾਨੂੰ ਵਿਸ਼ਵਾਸ ਨਹੀਂ ਨਾ ਆ ਰਿਹਾ, ਇਹਨੂੰ ਗੱਲਾਂ ਗੱਲਾਂ 'ਚ ਮਾੜਾ ਜਿਹਾ ਬਰਾਂਡੇ ਵਿੱਚ ਲੈ ਆਓ ਬਸ। ਉਹ ਤੇ ਪੂਰਨ ਨੇ ਸੇਵਾ ਦੇ ਪੁੰਜ ਗੁਰੂ ਅਮਰਦਾਸ ਜੀ, ਸਰਵ ਸ਼ਕਤੀਆਂ ਦੇ ਮਾਲਕ, ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਏ। ਮਾੜਾ ਜਿਹਾ ਬਾਹਰ ਲੈ ਕੇ ਆਏ, ਇੰਨੇ ਵਿੱਚ ਮੀਂਹ ਦੀਆਂ ਬੂੰਦਾਂ ਪਈਆਂ। ਪਿੰਡ ਦੇ ਕਹਿੰਦੇ ਗੱਲ ਤੇ ਠੀਕ ਹੈ। ਉਹਨਾਂ ਤਪੇ ਨੂੰ ਗਲੋਂ ਫੜ ਲਿਆ। ਬੜਾ ਕਹਿੰਦਾ ਵੀ ਮੈਨੂੰ ਕਿਉਂ ਫੜੇ, ਹੁਣ ਕੌਣ ਪੁੱਛੇ, ਲੋਕਾਂ ਨੂੰ ਤੇ ਆਪਣਾ ਭਲਾ ਚਾਹੀਦਾ ਸੀ। ਉਹਨਾਂ ਫੜ ਕੇ ਉਹਨੂੰ ਖਿੱਚਿਆ ਪੂਰਾ। ਕੋਈ ਕਹਿੰਦਾ ਮੇਰੀ ਪੈਲੀ 'ਚ ਮੀਂਹ ਪਾ ਦੇ, ਉਹ ਕਹਿੰਦੇ ਵੀ ਜਿੱਥੋਂ ਤੇ ਹੀ ਲੈ ਜਾਓਗੇ ਮੀਂਹ ਪੈਣਾ ਹੀ ਉੱਥੇ ਤਾਈਂ ਹੈ। ਉਹਨਾਂ ਬਲਦਾਂ ਦੇ ਪਿੱਛੇ ਪਾ ਲਿਆ ਉਹਨੂੰ, ਰੱਸੇ ਨਾਲ ਖਿੱਚ ਕੇ ਲੈ ਗਏ ਦੂਰ ਤਾਈਂ। ਤਪੇ ਦੀ ਦੁਰਦਸ਼ਾ ਬੁਰੀ ਕਿਉਂ, ਪਾਪ ਕਾਹਦਾ ਲੱਗਿਆ, ਇੱਕ ਪਵਿੱਤਰ ਰੂਹ ਨੂੰ ਪਿੰਡ ਦੇ ਵਿੱਚੋਂ ਬਾਹਰ ਕਢਾਉਣ ਦਾ। ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਾਂਤ ਬਿਰਤੀ 'ਚ ਬੈਠੇ ਰਹਿੰਦੇ ਨੇ, ਤੇ ਉਹਨਾਂ ਦੇ ਅੰਦਰ ਕੋਈ ਵਲ ਛਲ ਨਹੀਂ, ਕੋਈ ਮਾਇਆ ਦਾ ਲਾਲਚ ਨਹੀਂ, ਤੇ ਸਤਿਗੁਰੂ ਜੀ ਮਹਾਰਾਜ ਵਡਾਲੀ ਵਿੱਚ ਰਹਿੰਦੇ ਹਨ। ਪਰਉਪਕਾਰ ਹੇਤ ਧਾਰਨ ਸਰੀਰ ਕਰਿਓ, ਜਹਾਂ ਰਹਿ ਤਹਾਂ ਚਹਿ ਹਿਤ ਸਮੁਦਾਇ ਨਰ। ਉਹਨਾਂ ਨੇ ਤੇ ਪਰਉਪਕਾਰ ਲਈ ਸਰੀਰ ਧਾਰਨ ਕੀਤਾ, ਕੋਈ ਪੈਸੇ ਇਕੱਠੇ ਕਰਨ ਲਈ ਥੋੜੀ ਨਾ।
ਇਸ ਕਰਕੇ ਜਿਹੜੇ ਵੀ ਲੋਕ ਉੱਥੇ ਰਹਿੰਦੇ ਨੇ ਉਹਨਾਂ ਨੂੰ ਬੰਦਗੀ ਨਾਲ ਹੀ ਜੋੜਦੇ ਨੇ, ਪਰਮਾਤਮਾ ਨਾਲ ਹੀ ਜੋੜਦੇ ਹਨ। ਪੂਰਬ ਕਰਾਏ ਧਾਮ ਬਸ ਬੇਕੋ ਅਬਿਰਾਮ, ਜੇਤੇ ਮੈਂ ਸੁਖੈਨ ਬੈਸੇ ਤੇਤੋ ਕੀਨ ਥਾਏ ਕਰ। ਗੁਰੂ ਜੀ ਨੇ ਵਡਾਲੀ ਵਿੱਚ ਜਾ ਕੇ ਹੀ ਮਕਾਨ ਬਣਵਾਏ ਨੇ ਤੇ ਜਿੰਨੇ ਮਕਾਨਾਂ ਵਿੱਚ ਰਹਿ ਸਕਦੇ ਸੀ ਉਹਨਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਹੈ। ਗਏ ਸੰਗ ਲੋਕ ਜੇਈ ਬਸੈ ਕਰ ਓਏ ਤੇਈ, ਗੁਰ ਕੀ ਸ਼ਰਨ ਮੈਂ ਅਸ਼ੋਕ ਸੁਖ ਪਾਇਓਰ। ਇਸ ਕਰਕੇ ਜਿੰਨੇ ਲੋਕ ਗੁਰੂ ਜੀ ਦੇ ਨਾਲ ਚਲੇ ਗਏ ਸੀ ਉਹਨਾਂ ਨੇ ਵੀ ਉੱਥੇ ਘਰ ਬਣਾ ਲਏ ਤੇ ਸ਼ੋਕ ਰਹਿਤ ਜ਼ਿੰਦਗੀ ਜਿੰਦੇ ਹਨ। ਇੱਥੋਂ ਤਾਈਂ ਦੀ ਕਥਾ ਆਪਾਂ ਅੱਜ ਸ਼ਰਵਣ ਕਰਾਂਗੇ। ਕੱਲ੍ਹ ਨੂੰ ਅੱਗੇ ਹੁਣ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਵੇਂ ਅਵਤਾਰ ਹੁੰਦਾ ਹੈ ਵਡਾਲੀ ਦੇ ਵਿੱਚ, ਕਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਫਿਰ ਬਾਬਾ ਪ੍ਰਿਥੀ ਚੰਦ ਜੀ ਫਿਰ ਹਮਲੇ ਕਰਾਉਂਦੇ ਨੇ, ਕਿਵੇਂ ਪਰਮਾਤਮਾ ਵਾਹਿਗੁਰੂ ਜੀ ਮਹਾਰਾਜ ਨੇ ਬਾਣੀ ਦੇ ਵਿੱਚ ਬੜੇ ਸ਼ਬਦ ਵਰਤੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਾਉਣ ਵਾਸਤੇ। ਸੁਲਹੀ ਖਾਨ ਕਿਵੇਂ ਸੜ ਕੇ ਮਰਦਾ ਹੈ, ਦੁਬਾਰਾ ਆਉਂਦਾ ਹੈ, ਕਿਵੇਂ ਪਰਮਾਤਮਾ ਵਾਹਿਗੁਰੂ ਜੀ ਗੁਰੂ ਸਾਹਿਬ ਜੀ ਦੇ ਨਾਲ ਜੁੜ ਕੇ